ਜਿਹੜਾ ਅੱਜ ਵਪਾਰੀ ਕਾਰਪੋਰੇਟ ਸਾਨੂੰ ਆ ਕੇ ਸਲੂਟ ਮਾਰਦਾ, ਸਰਦਾਰ ਜੀ ਸਤਿ ਸ੍ਰੀ ਅਕਾਲ, ਕੱਲ ਨੂੰ ਅਸੀਂ ਉਹਦੇ ਗੇਟ ਤੇ ਖੜੇ ਹੋਏ ਉਹਨੂੰ ਇਹ ਕਹਿ ਰਹੇ ਹੋਵਾਂਗੇ ਬਾਈ ਜੀ ਸਾਨੂੰ ਦਿਹਾੜੀ ਤੇ ਰੱਖ ਲਓ। ਆ ਬੇਨਤੀ, ਜਿਵੇਂ ਤੁਸੀਂ ਕਿਹਾ ਇਕੱਲਾ ਕਿਸਾਨ ਨਹੀਂ ਮਰੂਗਾ ਇਹਦੇ ਨਾਲ ਆੜਤੀਆ, ਲੇਬਰ, ਮਜ਼ਦੂਰ, ਜਿਹੜੇ ਮੰਡੀਕਰਨ ਐਡਾ ਵੱਡਾ ਜਿਹੜਾ ਐਡਾ ਇੱਕ ਤਾਮਝਾਮ ਚੱਲਦਾ ਹੈ ਨਾ, ਸਾਰੇ ਆੜਤੀਏ ਨੂੰ ਵੀ ਬਹੁਤ ਦਿੱਕਤ ਆਉਣੀ, ਕਿਉਂਕਿ ਮੰਨ ਲਓ ਆੜਤੀਆ ਕਿੰਨਾ ਕੁ ਭੰਡਾਰ ਕਰ ਲੂਗਾ, ਕਿੰਨਾ ਕੁ ਸਟੋਰ ਕਰ ਲੂਗਾ। ਆਲੂ ਦੀ ਐਗਜ਼ਾਮਪਲ ਮੈਂ ਪਹਿਲਾਂ ਦਿੱਤੀ ਹੈ, ਕਿੰਨਾ ਕੁ ਸਟੋਰ ਕਰ ਲੈਂਦੇ ਹਾਂ ਅਸੀਂ, ਉਹ ਕਿਸੇ ਹੱਦ ਤੱਕ ਹੀ ਹੁੰਦਾ ਨਾ, ਹੱਦੋਂ ਵੱਧ ਕਿਸੇ ਕੋਈ ਵੀ ਚੀਜ਼ ਨਹੀਂ। ਹੁਣ ਸਾਡਾ ਤਾਂ ਅਖਬਾਰਾਂ 'ਚ ਨਿੱਤ ਅਸੀਂ ਖਬਰਾਂ ਪੜ੍ਹਦੇ ਹਾਂ, ਲਓ ਜੀ ਸਰਕਾਰ ਨੇ ਝੋਨਾ ਖਰੀਦ ਲਿਆ ਪਰ ਖਰਾਬ ਹੋ ਜਾਂਦਾ, ਸੜੀ ਜਾਂਦਾ, ਕਣਕ ਗਲ ਸੜ ਤਾਂ ਜਾਂਦੀ ਹੈ ਪਰ ਗਰੀਬਾਂ ਦੇ ਮੂੰਹ ਤੱਕ ਨਹੀਂ ਭੇਜੀ ਜਾਂਦੀ। ਕਿਉਂ ਲੈਣੀ ਪੈਂਦੀ ਹੈ? ਕਿਉਂਕਿ ਮੁੱਲ ਨਿਰਧਾਰਤ ਨੇ। ਜਦੋਂ ਮੁੱਲ ਹੀ ਨਿਰਧਾਰਤ ਨਾ ਹੋਏ ਤਾਂ ਲੈਣੀ ਕਿਹਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਕਿਸਾਨ ਅੱਜ ਸੜਕਾਂ ਉੱਤੇ ਉਤਰੇ ਹੋਏ ਨੇ, ਕਿਉਂਕਿ ਕੇਂਦਰ ਸਰਕਾਰ ਵੱਲੋਂ ਜੋ ਆਰਡੀਨੈਂਸ ਪਾਸ ਕੀਤੇ ਜਾ ਰਹੇ ਨੇ, ਜਿਨ੍ਹਾਂ ਵਿੱਚੋਂ ਇੱਕ ਪਾਰਿਤ ਕਰ ਦਿੱਤਾ ਗਿਆ ਹੈ ਤੇ 2 ਅੱਜ ਕਰ ਦਿੱਤੇ ਜਾਣਗੇ, ਉਹਨਾਂ ਦੇ ਖਿਲਾਫ ਕਿਸਾਨ ਇਕਜੁੱਟ ਹੋ ਕੇ ਜੰਗ ਲਈ ਬਿਗਲ ਵਜਾ ਚੁੱਕੇ ਨੇ। ਅਤੇ ਇਸੇ ਮਸਲੇ ਦੇ ਉੱਤੇ ਬਘੇਲ ਸਿੰਘ ਅਤੇ ਸੁਖ ਜਗਰਾਉਂ ਨੇ ਵੀ ਚਿੰਤਾ ਵਿਅਕਤ ਕੀਤੀ, ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ। ਹੋਰ ਸੁਣਾਓ, ਕਿੱਦਾਂ ਚੜ੍ਹਦੀਆਂ ਕਲਾ ਸਾਰੇ? ਚਾਚੇ ਦੀ ਤੇ ਹਾਲਤ ਅੱਜ ਕੱਲ੍ਹ ਨਾ ਬੁਰੀ ਹੋਈ ਆ, ਬੈਕ ਟੂ ਬੈਕ ਹੋਇਆ ਕੰਮ। ਤੇ ਮੈਂ ਸੁਖਵੀਰ ਨੂੰ, ਜਗਰਾਉਂ ਵਾਲੇ ਨੂੰ ਉਡੀਕਦਾ ਵਾਂ। ਹੁਣ ਮੈਨੂੰ ਕਿਰਪਾ ਬਾਬਿਓ, ਸਭ ਚੜ੍ਹਦੀ ਕਲਾ, ਆਨੰਦ ਮੰਗਲ ਆ। ਤੇ ਮੈਨੂੰ ਹੁਣ ਮਾੜਾ ਜਿਹਾ ਕੋਈ ਵੀਰ ਦੱਸੋ ਵੀ ਇੱਥੋਂ ਐਡ ਕਿੱਦਾਂ ਕਰੀਏ ਕਿਸੇ ਬੰਦੇ ਨੂੰ। 1 ਮਿੰਟ ਖਲੋਇਓ, ਮੈਨੂੰ ਨਾ ਐਡ ਕਰਨ ਦਾ ਮਾੜਾ ਜਿਹਾ ਵੇਖਾਂ ਵੀ ਐਡ ਕਿੱਦਾਂ ਕਰਨਾ ਵਾ। ਹਾਂਜੀ, ਸੁੱਖ ਨੂੰ ਮੈਂ ਕੀਤਾ ਤੇ ਹੈਗਾ ਵਾ, ਜਗਰਾਉਂ ਨੂੰ। ਜੇ ਸੁਖਵੀਰ ਜੇ ਆ ਗਿਆ ਤੂੰ ਤੇ ਮੇਰਾ ਭਰਾ, ਆਈ ਯਾਰ ਮਾੜਾ ਜਿਹਾ ਇੱਧਰ ਨੂੰ, ਕਿਉਂਕਿ ਤੇਰੀ ਅਜੇ ਅਪਰੂਵ ਨਹੀਂ ਹੋਈ ਕਿਸੇ ਬੰਨੇ, ਮੈਨੂੰ ਆਈ ਨਹੀਂ ਗੀ ਤੇਰੀ ਗੱਲਬਾਤ। ਬਾਬਾ ਜੀ ਗਏ ਕਿਤੇ ਨਹੀਂ ਗਿਆ, ਮੇਰੀ ਬੇਨਤੀ ਆ ਵੀ ਵੀਰ ਮੇਰੇ ਨਾਲ ਅੱਜ ਉਹਨੂੰ ਸੁੱਖ ਨੂੰ ਲੈ ਆਉਣ ਦਿਓ, ਕਿਉਂਕਿ ਸੁੱਖ ਜੇ ਆਉਂਦਾ ਵਾ ਤੇ ਉਹਦੇ ਨਾਲ ਗੱਲਬਾਤ ਕਰੀਏ ਆਪਾਂ। ਤੇ ਮੈਂ ਉਹਨੂੰ ਲੱਭਦਾ ਵਾਂ, ਕਿਤੇ ਲੱਭਣ ਨਹੀਂ ਡਿਆ ਵੈਸੇ ਮੈਨੂੰ ਅਜੇ ਤੱਕ ਉਹ। ਸੁੱਖ ਬਾਈ ਆ ਜਾ ਯਾਰ ਭਰਾ ਬਣ ਕੇ। ਹਾਂਜੀ, ਰਿਕੁਐਸਟ ਮੈਂ ਬਾਬਾ ਜੀ ਕਰਨ ਦੀ ਤੇ ਮੈਂ ਕੋਸ਼ਿਸ਼ ਕਰਨ ਡਿਆ, ਬਟ ਮੈਨੂੰ ਮੇਰੇ ਹਿਸਾਬ ਨਾਲ ਸੁੱਖ ਨੂੰ ਮੈਂ ਕੀਤਾ ਤਾਂ ਹੈਗਾ ਇਨਵਾਈਟ। 1 ਮਿੰਟ ਦਿਓ, ਸਮਾਂ ਦਿਓ ਮੈਨੂੰ ਮਾੜਾ ਜਿਹਾ। ਹਾਂਜੀ 1 ਮਿੰਟ ਮੈਨੂੰ ਨਾ ਸੁੱਖ ਨੂੰ ਬਸ ਆ ਗਿਆ ਸੁੱਖ ਹੋ ਜੇ ਤੇ ਫੇਰ ਹੀ ਗੱਲਬਾਤ ਕਰਦੇ। ਬਲਕਾਰ ਸਿੰਘ ਕਿੱਦਾਂ ਹਾਲ ਚਾਲ ਬਾਬੇ? ਠੀਕ ਠਾਕ ਆ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਠੀਕ ਗਲਾ? ਹਾਂਜੀ, ਸ਼ੁਕਰ ਮਾਲਕ ਦਾ। ਤੁਸੀਂ ਦੱਸੋ, ਠੀਕ ਹੋ? ਸਿਹਤ ਠੀਕ ਹੈ? ਤੇ ਬਸ ਸਿੱਧਾ ਕਾਇਮ ਆ ਬਾਬੇ, ਚੜ੍ਹਦੀ ਕਲਾ। ਮੈਂ ਤੁਹਾਡੀ ਵੇਟ ਕਰਨ ਡਿਆ ਸੀ ਕਿਉਂਕਿ ਕਾਫੀ ਦਿਨ ਤੋਂ ਨਹੀਂ ਲਾਈਵ ਹੋਇਆ, ਤੇ ਹੁਣ ਮੈਂ ਆਖਿਆ ਵੀ ਚਲੋ ਅੱਜ ਗੱਲਬਾਤ ਕਰਦੇ ਹਾਂ। ਬਟ ਗੱਲਬਾਤ ਜਿਹੜੀ ਕਰਨੀ ਸੀ, ਕਿਉਂਕਿ ਕਾਫੀ ਨਾ 2-4 ਦਿਨ ਬੈਕ ਟੂ ਬੈਕ ਹੀ ਕੰਮ ਚੱਲਦਾ ਰਿਹਾ ਆਪਣਾ, ਤੇ ਮੈਂ ਇੱਕ ਫੇਸਬੁੱਕ ਤੋਂ ਦੂਰ ਵੀ ਹੋਇਆ ਸੀ, ਬਟ 2 ਜਿਹੜੀਆਂ ਗੱਲਾਂ ਹੀ ਕਰਨ ਵਾਲੀਆਂ ਜ਼ਰੂਰੀ ਹੈਗੀਆਂ ਸੀ ਆਪਣੀਆਂ, ਉਹਦੇ ਵਿੱਚ ਮਤਲਬ ਵੀ ਮੈਨੂੰ ਤੁਹਾਡੀ ਹੈਲਪ ਤੋਂ ਬਗੈਰ ਮੈਂ ਲੋਕਾਂ ਸਾਹਮਣੇ ਨਹੀਂ ਰੱਖ ਸਕਦਾ। ਜੀ। ਤੇ ਮੈਨੂੰ ਇੱਕ ਤੇ ਗੱਲਬਾਤ ਇਹ ਸੀ ਵੀ ਹੁਣ ਜਿਹੜਾ ਕੋਈ ਮਸਲਾ ਉੱਠਿਆ ਸੀ, ਉਹਦੇ ਬਾਰੇ ਕੁਝ ਬੰਦਿਆਂ ਨੇ ਆਪਾਂ ਨੂੰ ਕਿਹਾ ਸੀ ਵੀ ਉਹਦੇ ਬਾਰੇ ਜਿਹੜੀ ਕੋਈ ਆਪਣੇ ਬੰਦੇ ਹੈਗੇ ਆ ਯੂਥ ਦੇ ਵਿੱਚ, ਜਿਨ੍ਹਾਂ ਨੂੰ ਅਜੇ ਨਹੀਂ ਪਤਾ ਵੀ ਕੀ ਗੱਲਬਾਤ ਕੀ ਚੱਲਣ ਡਈ ਆ, ਤੇ ਉਹਨਾਂ ਨੂੰ ਆਪਾਂ ਤੁਹਾਡੇ ਨਾਲ ਮੈਂ ਗੱਲ ਕੀਤੀ ਸੀ ਫੋਨ ਦੇ ਉੱਤੇ, ਉਹਦੇ ਬਾਰੇ ਆਪਾਂ ਮੈਂ ਸੁੱਖ ਬਾਈ ਚਲੋ ਅੱਜ ਮੈਂ ਐਂਕਰ ਤੇ ਸਮਝ ਲਓ ਵੀ ਤੁਸੀਂ ਮਹਿਮਾਨ ਜੇ ਆਪਣੇ। ਤੇ ਇੰਨੀ ਕੁ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ ਵੀ ਵੀਰ ਜੀ, ਵੀ ਜਿਹੜਾ ਕਿਸਾਨੀ ਦਾ ਅੰਦੋਲਨ ਆ, ਇਹਦੇ ਵਿੱਚ ਕਿੱਦਾਂ ਕੀ ਮਤਲਬ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਕਿਸਾਨਾਂ ਨੂੰ ਮੁਸ਼ਕਲਾਂ ਆਉਣਗੀਆਂ, ਜਾਂ ਕਿਹੜੀਆਂ ਫਸਲਾਂ ਤੇ ਜਾਂ ਜ਼ਮੀਨਾਂ ਦੇ ਉੱਤੇ ਤੇ ਸਾਡੇ ਤੇ ਕਿੱਦਾਂ ਦਾ ਜਿਹੜਾ ਵਾ ਉਹ ਪ੍ਰਭਾਵ ਪਊਗਾ ਫਸਲਾਂ ਦੇ ਰੇਟ ਤੇ ਜ਼ਮੀਨਾਂ ਦੇ ਰੇਟ ਤੇ? ਜੀ ਬਾਈ ਗੱਲ ਏਦਾਂ ਜੀ, ਦੇਖੋ ਸਾਰਾ ਪੰਜਾਬ ਵਿਰੋਧ ਕਰ ਰਿਹਾ ਇਸ ਆਰਡੀਨੈਂਸ ਦਾ, ਹੈ ਨਾ। ਸਰਕਾਰ ਫਿਰ ਵੀ ਗੁੰਗੀ ਬੋਲੀ ਹੋਈ ਪਾਸ ਕਰ ਰਹੀ। 1 ਬਿੱਲ ਪਾਸ ਹੋ ਗਿਆ ਰਾਤ, 2 ਬਿੱਲ ਸ਼ਾਇਦ ਅੱਜ ਹੋ ਜਾਣਗੇ, ਕਿਉਂਕਿ ਬਹੁਮਤ ਭਾਜਪਾ ਦਾ ਹੈਗਾ ਵਾ।
ਸੋ ਇਹ ਜੇ ਹਾਂਜੀ ਪਾਸ ਹੋ ਗਿਆ, ਪੰਜਾਬ ਦੇ ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਵਿੱਚ ਕੀ ਦਿੱਕਤਾਂ ਆਉਣਗੀਆਂ? ਤੁਹਾਨੂੰ ਪਤਾ ਕਿ ਅਸੀਂ ਮੁੰਡੀ ਬੰਦੇ ਆ, ਜੋ ਸਾਡੀ ਹਾਂਜੀ ਪੰਜਾਬੀਆਂ ਦੀ ਖਾਸ ਤੌਰ ਤੇ ਹੈ ਨਾ। ਮੰਨ ਲਓ ਹਾਂਜੀ ਅੱਜ ਕਾਰਪੋਰੇਟ ਘਰਾਣਾ ਪੰਜਾਬ ਦੇ ਵਿੱਚ ਵੜਦਾ ਹੈ, ਅੱਜ ਜਿਵੇਂ ਅੱਜ ਤੋਂ 10-12 ਸਾਲ ਪਹਿਲਾਂ ਸਾਡੇ ਮੋਗੇ ਦੇ ਵਿੱਚ ਸਾਡੇ ਨੇੜੇ ਹੀ ਪੈ ਜਾਂਦਾ, ਉੱਥੇ ਅੰਬਾਨੀ ਅਡਾਨੀ ਨੇ ਵੱਡੇ ਵੱਡੇ ਜ਼ਮੀਨਾਂ ਲੈ ਕੇ ਨਾ ਵੱਡੇ ਵੱਡੇ ਗੋਦਾਮ ਬਣਾ ਰੱਖੇ ਨੇ, ਹਨਾ। ਹਾਂਜੀ ਸ਼ਾਇਦ ਉਹ ਅੱਜ ਦੇ ਸਮੇਂ ਦੀ ਵੇਟ ਕਰ ਰਹੇ ਸੀ। ਹੁਣ ਗੱਲ ਕੀ ਆ, ਹੁਣ ਮੰਨ ਲਓ ਤੁਹਾਡੇ ਪਿੰਡੋਂ ਚਲੇ ਗਏ, ਕਾਰਪੋਰੇਟ ਘਰਾਣਾ ਤੁਹਾਡੇ ਪਿੰਡ ਵੜ ਗਿਆ, ਜਿਹੜੀ ਹਾਂਜੀ ਜ਼ਮੀਨ ਦਾ 10 ਲੱਖ ਕਿੱਲੇ ਦਾ ਰੇਟ ਆ, ਉਹਨੇ ਉੱਥੇ 15 ਲੱਖ ਵੀ ਦੇਤਾ, ਤਾਂ ਸਾਡੇ ਵਾਲਿਆਂ ਨੇ ਚੌੜੇ ਹੋ ਕੇ ਅਸੀਂ ਪੈਸੇ ਖਾਤਰ ਉਹ ਦੇ ਦੇਣਾ, ਜ਼ਮੀਨਾਂ ਵੇਚ ਕੇ ਅਸੀਂ ਪੈਸਾ ਲੈ ਕੇ, ਮੇਰੇ ਵਰਗੇ ਨੇ ਸੋਚਣਾ ਯਾਰ ਮੈਂ ਫਲਾਣੇ ਆਪਣਾ ਮੁੰਡਾ ਕੈਨੇਡਾ ਚਲਾ ਜੂ, ਫਲਾਨੀ ਆਪਾਂ ਗੱਡੀ ਲੈ ਲਾਂਗੇ, ਕੋਠੀ ਪਾ ਲਾਂਗੇ, ਤੇ ਆਪਾਂ ਨੂੰ ਵਿਆਜ ਆਈ ਚੱਲੂਗਾ, ਵਿਆਜ ਖਾਈ ਚੱਲਾਂਗੇ। ਅਸੀਂ ਵੇਚ ਕੇ ਅਸੀਂ ਜ਼ਮੀਨੋਂ ਹੌਲੇ ਹੋ ਜਾਣਾ ਹੈ, ਫਿਰ ਉਹ ਪੈਸਾ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੈ ਵੀ ਉਹ ਕਿੱਦਾਂ ਅਸੀਂ ਛੁਰਲੇ ਉਡਾਉਂਦੇ ਆ, ਸਾਡੀਆਂ ਆਦਤਾਂ ਪੰਜਾਬੀਆਂ ਦੇ ਤੁਹਾਨੂੰ ਪਤਾ ਹੈ। ਆਉਣ ਵਾਲੇ 5-7 ਸਾਲਾਂ 'ਚ ਅਸੀਂ ਉਹ ਸਾਰਾ ਕੁਝ ਮਲੀਆ ਮੇਟ ਕਰ ਲੈਣਾ, ਤੇ ਪੱਲੇ ਕੀ ਰਹਿ ਜਾਣਾ, ਉਹਦੇ ਕਣੇ ਅਸੀਂ ਜ਼ੀਰੋ ਹੋ ਜਾਣਾ। ਫਿਰ ਉਹਨਾਂ ਹੀ ਕਾਰਪੋਰੇਟ ਘਰਾਣਿਆਂ ਦੀਆਂ ਜਿਹੜੀਆਂ ਫੈਕਟਰੀਜ਼ ਲੱਗਣਗੀਆਂ, ਉਹਦੇ ਮੂਹਰੇ ਰੋਟੀ ਵਾਲਾ ਡੱਬਾ ਫੜ ਕੇ ਅਸੀਂ ਅੰਦਰ ਦਿਹਾੜੀ ਕਰਨ ਨੂੰ ਜਾਇਆ ਕਰਾਂਗੇ। ਕਹਿਣ ਦਾ ਭਾਵ, ਜਿਹੜਾ ਅੱਜ ਵਪਾਰੀ ਕਾਰਪੋਰੇਟ ਸਾਨੂੰ ਆ ਕੇ ਸਲੂਟ ਮਾਰਦਾ, ਸਰਦਾਰ ਜੀ ਸਤਿ ਸ੍ਰੀ ਅਕਾਲ, ਕੱਲ ਨੂੰ ਅਸੀਂ ਉਹਦੇ ਗੇਟ ਤੇ ਖੜੇ ਹੋਏ ਉਹਨੂੰ ਇਹ ਕਹਿ ਰਹੇ ਹੋਵਾਂਗੇ ਬਾਈ ਜੀ ਸਾਨੂੰ ਦਿਹਾੜੀ ਤੇ ਰੱਖ ਲਓ, ਆ ਬੇਨਤੀ ਹੈ। ਹਾਂਜੀ। ਤੇ ਇਹ ਸੁਖਵੀਰੇ, ਤੁਹਾਨੂੰ ਕੀ ਲੱਗਦਾ ਵੀ ਜਿਹੜੀਆਂ ਆਪਣੀਆਂ ਹੁਣ ਜਿਹੜਾ ਅੰਦੋਲਨ ਆ, ਇਹਦੇ ਵਿੱਚ ਕੁਝ ਫਸਲਾਂ ਦੇ ਰੇਟ ਥੋੜੇ ਸਮੇਂ ਲਈ ਤੈਅ ਹੋਣਗੇ ਵੱਧ ਰੇਟ ਦਾ ਅੱਗੇ? ਮੈਂ ਉਹੀ ਗੱਲ, ਹੁਣ ਮੈਂ ਅਗਲੀ ਗੱਲ ਤੇ ਆਉਣਾ। ਹੁਣ ਦੂਜੀ ਗੱਲ ਕੀ ਹੈ, ਭੰਡਾਰਨ ਦਾ ਮਤਲਬ ਹੈ ਵੀ ਮੰਨ ਲਓ ਇਹਨਾਂ ਨੇ ਰੱਜ ਕੇ ਆਪਾਂ ਇੱਕ ਚੀਜ਼ ਦਾ ਭੰਡਾਰ ਕਰ ਲਿਆ, ਭੰਡਾਰਨ ਦੇ ਵੱਡੇ ਵੱਡੇ ਗੋਦਾਮ ਰੱਖ ਲਏ, ਹਨਾ, ਭੰਡਾਰਨ ਕਰ ਲਿਆ, ਪਰ ਉਹ ਕਿੰਨਾ ਚਿਰ ਹੋਊਗਾ, ਉਹਨੂੰ ਅਸੀਂ ਕਿੰਨਾ ਸਮਾਂ ਭੰਡਾਰਨ ਕਰਕੇ ਰੱਖ ਸਕਾਂਗੇ? ਐਗਜ਼ਾਮਪਲ, ਸਾਡੇ ਚੌਲਾਂ ਦਾ ਝੋਨੇ ਦਾ ਰੇਟ ਕੀ ਰਹਿ ਜਾਊਗਾ, ਕਿਉਂਕਿ ਜਿਹੜੇ ਹੁਣ ਫਸਲਾਂ ਦੇ ਮੁੱਲ ਬੰਨੇ ਨੇ, ਮੰਨ ਲਓ ਇਹ ਜੇ ਮੰਡੀਕਰਨ ਵਿਵਸਥਾ ਜਿਵੇਂ ਬੰਦ ਕਰਨ ਦੀ ਕਹਿ ਰਹੇ ਨੇ, ਜਾਂ ਖੁੱਲੀ ਮੰਡੀ ਅਲੱਗ ਹੋਊਗੀ, ਇਹ ਮੰਡੀ ਅਲੱਗ ਹੋਊਗੀ, ਤਾਂ ਉਹਦੇ ਵਿੱਚ ਕੀ ਹੋਊਗਾ, ਮੰਨ ਲਓ ਰੇਟ ਇੱਕ ਵਾਰ 2 ਸਾਲ 3 ਸਾਲ ਤੁਹਾਨੂੰ ਵੱਧ ਰੇਟ ਦੇ ਵੀ ਦਿੱਤੇ, ਬਾਅਦ ਚ ਅਸੀਂ ਕਿੱਥੇ ਟਿਕਣਾ? ਐਗਜ਼ਾਮਪਲ ਮੈਂ ਦੇ ਰਿਹਾ, ਐਗਜ਼ਾਮਪਲ ਲੈ ਲਓ ਆਲੂਆਂ ਦੀ ਖੇਤੀ ਤੋਂ। ਸਾਡੇ ਇਧਰ ਆਲੂਆਂ ਦੀ ਖੇਤੀ ਬੜੀ ਹੁੰਦੀ ਹੈ, ਕਿਸੇ ਸਾਲ ਤਾਂ ਆਲੂਆਂ ਦਾ ਰੇਟ ਇੱਥੇ ਹੁੰਦਾ ਹੈ, ਤੇ ਕਿਸੇ ਸਾਲ ਆਲੂ 2 ਰੁਪਏ ਕਿਲੋ ਵੀ ਨਹੀਂ ਵਿਕਦੇ। ਹਾਂਜੀ। ਇੱਕ ਜੂਆ ਹੈ, ਜੂਆ, ਅਸੀਂ ਲਾਟਰੀ ਪਾਤੀ, ਨਿਕਲ ਆਈ ਓਕੇ ਹੈ, ਨਹੀਂ ਨਿਕਲੀ ਤਾਂ ਅਸੀਂ ਡੁੱਬ ਗਏ। ਉਹ ਕੰਮ ਜੇ ਮੰਨ ਲਓ ਝੋਨੇ ਜਾਂ ਕਣਕ ਨਾਲ ਹੋ ਗਿਆ, ਸਮਰਥਨ ਮੁੱਲ ਟੁੱਟ ਗਏ, ਤਾਂ ਕੀ ਬਣੂਗਾ? ਇੱਕ ਵਾਰੀ ਐਗਜ਼ਾਮਪਲ ਮੈਂ ਤੁਹਾਨੂੰ ਹੋਰ ਬੜੀ ਸੋਹਣੀ ਦਿੰਦਾ, ਇਹ ਕਹਿ ਰਹੇ ਹੁਣ ਅਸੀਂ MSP ਨਹੀਂ ਤੋੜਨੀ, ਮੰਨ ਲਓ ਜੇ ਟੁੱਟਦੀ ਹੈ, ਜੇ ਤੋੜਨੀ ਹੈ ਤਾਂ ਵੀ, ਜੇ ਨਹੀਂ ਤੋੜਦੀ ਤਾਂ ਵੀ। ਹੁਣ ਜੇ ਨਹੀਂ ਟੁੱਟਦੀ ਤਾਂ ਹੁਣ ਵੀ ਪੰਜਾਬ ਦੇ ਵਿੱਚ 23 ਫਸਲਾਂ ਤੇ MSP ਲਾਗੂ ਹੈ, 23 ਹਾਂਜੀ ਫਸਲਾਂ ਤੇ, ਜਦ ਕਿ ਕਣਕ ਤੇ ਝੋਨੇ ਤੇ ਹੀ ਸਾਨੂੰ ਪੂਰਾ ਰੇਟ ਮਿਲਦਾ ਹੈ। ਮੱਕੀ ਦਾ ਸਾਨੂੰ ਪਤਾ ਵੀ ਕੀ ਹਾਲ ਹੋ ਜਾਂਦਾ, ਕਿੱਦਾਂ ਡਿੱਗ ਕੇ ਅਸੀਂ ਰੁਲ ਕੇ ਮੱਕੀ ਵੇਚਦੇ ਹਾਂ। ਇਦਾਂ ਹੀ ਲਾ ਲਓ ਨਰਮਾ ਲਾਸਟ ਈਅਰ 5450 ਰੁਪਏ MSP ਰੇਟ ਉਹਦਾ ਨਰਮੇ ਦਾ ਨਿਕਲਿਆ ਸੀ, ਤੇ ਪਰ ਵਿਕੀ ਕਿੰਨੇ ਨੂੰ? 4600-4700 ਨਰਮਾ। ਹਾਂਜੀ ਹਾਂਜੀ ਜੀ ਬਗੇਲ ਜੀ ਜੀ। ਹਾਂਜੀ। ਇਹ ਸੁਖ ਬਾਈ ਇਦਾਂ ਵਾ ਵੀ ਜਿੱਦਾਂ ਮੰਨ ਲਓ ਵੀ ਥੋੜੇ ਸਮੇਂ ਲਈ ਸਾਨੂੰ ਲਾਲਚ ਵਸ ਜੇ, ਇਹ ਫਸਲਾਂ ਦੇ ਵਿੱਚ, ਰਵਾਇਤੀ ਫਸਲਾਂ ਦੇ ਵਿੱਚ ਹੀ ਫੇਰ ਫਸਾ ਕੇ, ਜਿੱਦਾਂ ਮਤਲਬ ਵੀ ਆਪਾਂ ਨੂੰ, ਜਿਹੜੀ ਆਪਾਂ ਗੱਲਬਾਤ ਕੀਤੀ ਸੀ ਇੱਕ ਫੋਨ ਕਾਲ ਦੇ ਉੱਤੇ ਵੀ, ਕਿ ਸਾਨੂੰ ਇਹ ਝੋਨੇ ਕਣਕ ਦੇ ਵਿੱਚੋਂ ਛੱਡ ਕੇ ਤੇ ਸਾਨੂੰ ਮਤਲਬ ਵੀ ਦੂਜੀਆਂ ਸਬਜ਼ੀਆਂ ਵੱਲ, ਥੋੜਾ ਬਹੁਤ ਸਬਜ਼ੀਆਂ ਵੱਲ ਜਾਂ ਦੂਜੀਆਂ ਫਸਲਾਂ ਵੱਲ ਧਿਆਨ ਦੇਣਾ ਪਊਗਾ। ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਛੋਟਾ ਜੱਟ ਵਾ, ਉਹ ਕਿਉਂਕਿ ਮਤਲਬ ਵੀ ਖਰਚੇ ਤੋਂ ਡਰਦੇ ਆ, ਦੂਜੀਆਂ ਫਸਲਾਂ ਵੱਲ ਘੱਟ ਭੱਜਦਾ, ਕਿਉਂਕਿ ਤੁਹਾਨੂੰ ਪਤਾ ਜੇ ਸਬਜ਼ੀ ਲਾਵੇ ਜਾਂ ਹੋਰ ਕੋਈ ਫਸਲ ਲਾਵੇ ਤੇ ਉਹਦੇ ਉੱਤੇ ਸਪਰੇਆਂ ਤੇ ਖਾਦਾਂ ਦਾ ਵੀ ਫਰਕ ਪੈ ਜਾਂਦਾ। ਤੇ ਕੀ ਜਿੱਦਾਂ ਮਤਲਬ ਵੀ ਮੰਨ ਲਓ ਵੀ ਜਿੱਦਾਂ ਕਿੱਲੇ 1.5 ਕਿੱਲੇ ਵਾਲਾ ਜੱਟ ਵਾ, ਕਿਸਾਨ ਆ ਜਿਹੜਾ, ਉਹ ਜਿੱਦਾਂ ਮਤਲਬ ਵੀ ਫਸਲ ਆਪਣੀ ਜ਼ਮੀਨ ਦਾ ਰੇਟ ਜਿਹੜਾ ਵਾ, ਜੇ 20 ਲੱਖ ਦਾ ਰੇਟ ਵਾ, ਤੇ 20 ਲੱਖ ਤੋਂ 30 ਲੱਖ ਵੇਚ ਕੇ ਕਿਸੇ ਲਾਲਚ ਵਸ ਆਣ ਕੇ ਆਪਣੀ ਜ਼ਮੀਨ ਵੇਚ ਕੇ ਆਪਣੀ ਜ਼ਮੀਨ ਤੋਂ ਹੱਥ ਧੋਊਗਾ, ਕਿਉਂਕਿ ਉਹਦੀ ਪਹਿਲਾਂ ਤੇ ਉਹਦਾ ਸੁਪਨਾ ਇਹੋ ਹੀ ਹੋਣਾ ਵੀ ਇਹ 30 ਲੱਖ ਰੁਪਏ ਦੇ ਨਾਲ ਮੈਂ 30 ਜਾਂ 40 ਲੱਖ ਰੁਪਈਆ ਉਹਨੂੰ ਮਿਲਦਾ, 40 ਲੱਖ ਰੁਪਈਏ ਦੇ ਨਾਲ ਮੈਂ ਮਤਲਬ ਵੀ ਆਪਣੇ ਬੱਚੇ ਨੂੰ ਬਾਹਰ ਭੇਜ ਦੂੰਗਾ, ਤੇ ਬੱਚੇ ਨੂੰ ਜਾਂ ਬਾਹਰ ਭੇਜ ਦੂੰਗਾ, ਜਾਂ ਸੋਚਦਾ ਉਹ ਸੋਚੂਗਾ ਵੀ ਮੈਂ ਛੋਟਾ ਮੋਟਾ ਕਾਰੋਬਾਰ ਕਰ ਲੂੰਗਾ। ਪਰ ਜਿਹੜੀ ਸਾਡੀ ਅੱਜ ਦੀ ਯੂਥ ਦੀ ਸੋਚ ਵਾ, ਉਹ ਇਹੋ ਹੀ ਆ ਵੀ ਮੈਂ ਬਾਹਰ ਚਲੇ ਜਾਣਾ। ਇਹਦੇ ਵਿੱਚ ਸੁਖ ਬਾਈ ਆਪਾਂ ਨੂੰ ਦੋਵਾਂ ਬੰਨਿਆਂ ਤੋਂ ਹੀ ਆਪਾਂ ਰਗੜੇ ਜਾਂਦੇ ਆ। ਇੱਕ ਤੇ ਆਪਣਾ ਜੇ ਸਾਰਾ ਯੂਥ ਹੀ ਬਾਹਰ ਨੂੰ ਤੁਰ ਪਿਆ, ਤੇ ਫਿਰ ਆਪਣੀ ਪੰਜਾਬ ਦੇ ਵਿੱਚ ਜਿਹੜਾ ਵੀ ਕੰਮ ਕਰਨ ਵਾਲੇ ਲੋਕ, ਜਿੱਦਾਂ ਚਲੋ ਮੈਂ ਵੀ ਬਾਹਰ ਆਇਆ, ਪਰ ਕਿਉਂਕਿ ਮਜਬੂਰੀਆਂ ਇੰਨੀਆਂ ਨੇ, ਪੰਜਾਬ ਦੇ ਵਿੱਚ ਰਹਿਣਾ ਬਹੁਤ ਔਖਾ ਹੋ ਗਿਆ ਆਪਣੇ ਲਈ, ਹਨਾ, ਯੂਥ ਲਈ।
ਜੀ ਤੇ ਜੀ ਜੀ ਇਦਾਂ ਮਤਲਬ ਵੀ ਕੀ ਹੌਲੀ ਹੌਲੀ ਆਪਣੇ ਨਾਲ ਅਸਾਮ ਵਾਲੇ ਹਾਲਾਤ ਹੋ ਸਕਦੇ ਆ ਵੀ ਅਸੀਂ ਮਤਲਬ ਵੀ ਜਿੱਦਾਂ ਇੱਕ ਸਾਰਾ ਕੁਝ ਹੀ ਆਪਣਾ ਗਵਾ ਕੇ ਤੇ ਫਿਰ ਇਹਨਾਂ ਜਿਹੜੀ ਤੁਸੀਂ ਗੱਲ ਕੀਤੀ ਪਹਿਲਾਂ ਵੀ ਇਹ ਲਗਭਗ ਕਨਫਰਮ ਹੀ ਹੋ ਜਾਊਗਾ ਆਪਣਾ ਆਉਣ ਵਾਲੇ 15-20 ਸਾਲ ਦੇ ਵਿੱਚ ਵੀ ਸਾਨੂੰ ਇਹਨਾਂ ਦੇ ਥੱਲੇ ਨੌਕਰੀ ਕਰਨੀ ਪੈ ਜਾਏਗੀ। ਸਹਿਮਤ ਮੈਨੂੰ ਲੱਗਦਾ ਬਾਈ ਇੰਨਾ ਟਾਈਮ ਵੀ ਨਹੀਂ ਲੱਗਣਾ। ਤੁਸੀਂ ਗੱਲ ਕੀਤੀ ਛੋਟੇ ਕਿਸਾਨ ਦੀ, ਛੋਟਾ ਕਿਸਾਨ ਤਾਂ ਪਹਿਲਾਂ ਹੀ ਵਿਚਾਰਾ ਮਰਿਆ ਪਿਆ। ਉਹ ਕੀ 2 2.5 3 5 ਕਿੱਲੇ ਵਾਲਾ ਇੱਕ ਇਕੱਲੀ ਖੇਤੀ ਨਾਲ ਰੋਟੀ ਖਾ ਸਕਦਾ, ਪਰਿਵਾਰ ਪਾਲ ਸਕਦਾ? ਨਹੀਂ। ਉਹਨੂੰ ਨਾਲ ਕੋਈ ਸਾਈਡ ਬਿਜ਼ਨਸ ਜਾਂ ਉਹਦੇ ਡੰਗਰ ਰੱਖੇ ਹੋਣਗੇ ਜਾਂ ਮੁਰਗੀ ਫਾਰਮ, ਕੁਛ ਨਾ ਕੁਛ ਉਹਨੂੰ ਕਰਨਾ ਹੀ ਪੈਂਦਾ। ਅਸਾਮ ਦੀ ਐਗਜ਼ਾਮਪਲ ਤੁਸੀਂ ਬਹੁਤ ਸੋਹਣੀ ਦਿੱਤੀ। ਅਸਾਮ 'ਚ ਕੀ ਹੋਇਆ, ਪਹਿਲਾਂ ਜਿਹੜੇ ਛੋਟੇ ਕਿਸਾਨ ਸੀ ਨਾ, ਥੋੜੀ ਜ਼ਮੀਨ ਵਾਲੇ, ਮੰਨ ਲਓ ਅੱਧਾ ਕਿੱਲਾ ਵੀ ਸੀ, ਉਹ ਵੀ ਕੀ ਕਰਦਾ ਸੀ, ਚਾਹ ਬੀਜਦੇ ਸੀ, ਉਹ ਪੱਤੀਆਂ ਸੁਕਾਉਂਦੇ ਸੀਗੇ, ਹੱਥੀਂ ਕੰਮ ਕਰਦੇ ਸੀ, ਪੱਤੀਆਂ ਤੋੜਦੇ ਫਿਰ ਸੁਕਾਉਂਦੇ ਫਿਰ ਵੇਚਦੇ। ਇਹਦੇ ਨਾਲ ਉਹਨਾਂ ਦਾ ਘਰ ਚੱਲੀ ਜਾਂਦਾ ਸੀ। ਫਿਰ ਥੋੜੇ ਵੱਡੇ ਕਿਸਾਨ ਆ ਗਏ, ਉਹਨਾਂ ਨੇ ਛੋਟਿਆਂ ਨੂੰ ਕੀ ਕੀਤਾ ਵੀ ਆਪਾਂ ਟੈਕਨੋਲੋਜੀ ਲਿਆਉਣੀ ਆ। ਮੰਨ ਲਓ ਜਿੱਦਾਂ ਹਰੀ ਕ੍ਰਾਂਤੀ ਨੇ ਸਾਨੂੰ ਅੱਜ ਤੋਂ ਕੁਝ ਸਮਾਂ ਪਹਿਲਾਂ ਦਿਖਾਇਆ ਸੀ ਵੀ ਅਸੀਂ ਬੜੇ ਅਮੀਰ ਹੋ ਜਾਾਂਗੇ, ਪਰ ਹੁਣ ਉਹੀ ਜਿਹੜੇ ਖੇਤੀ ਐਕਸਪਰਟ ਨੇ ਉਹ ਕਹਿ ਰਹੇ ਨੇ ਯਾਰ ਹਰੀ ਕ੍ਰਾਂਤੀ ਸਾਡੇ ਲਈ ਘਾਤਕ ਸਿੱਧ ਹੋਈ। ਸੇਮ ਐਗਜ਼ਾਮਪਲ ਅਸਾਮ 'ਚ ਹੋਈ। ਉਹਨਾਂ ਨੇ ਕੀ ਕੀਤਾ, ਟੈਕਨੋਲੋਜੀ ਲਿਆਂਦੀਆਂ, ਹਨਾ, ਮਸ਼ੀਨਾਂ ਲਿਆਂਦੀਆਂ, ਫਟਾਫਟ ਕੰਮ ਹੋਣ ਲੱਗ ਗਿਆ, ਵੀ ਚਾਹ ਜੀ ਬਣਨ ਲੱਗ ਗਈ, ਜਲਦੀ ਸੁੱਕਣ ਲੱਗ ਗਈਆਂ ਚਾਹ ਦੀਆਂ ਪੱਤੀਆਂ। ਸਿੱਟੇ ਵਜੋਂ ਰਿਜ਼ਲਟ ਕੀ ਨਿਕਲਿਆ, ਛੋਟਾ ਕਿਸਾਨ ਖਤਮ ਹੋ ਗਿਆ ਤੇ ਵੱਡੇ ਕਿਸਾਨਾਂ ਦੇ ਉਹ ਦਿਹਾੜੀ ਜਾਣ ਲੱਗ ਗਿਆ ਵੀ ਚਲੋ ਭਾਈ ਮੈਂ ਰੋਟੀ ਤਾਂ ਖਾਣੀ ਹੈ, ਵੱਡਿਆਂ ਦੇ ਦਿਹਾੜੀ ਜਾਣ ਲੱਗ ਗਿਆ। ਫਿਰ ਜਿਹੜੀ ਅਸਾਮ ਦੀ ਚਾਹ ਸੀ ਸਭ ਤੋਂ ਬੈਸਟ ਚਾਹ, ਉਹ ਤੇ ਨਿਗਾਹ ਗਈ ਕਾਰਪੋਰੇਟ ਘਰਾਣਿਆਂ ਤੇ, ਜਿਹੜੀ ਅੱਜ ਪੰਜਾਬ ਦੀ ਖੇਤੀ ਤੇ ਜਿਵੇਂ ਨਿਗਾਹ ਗਈ ਹੈ। ਤਾਂ ਕਾਰਪੋਰੇਟ ਘਰਾਣਿਆਂ ਨੇ ਕੀ ਕੀਤਾ, ਜਿਹੜੇ ਵੱਡੇ ਰਹਿ ਗਏ ਸੀ ਹਨਾ, ਉਹਨਾਂ ਨੂੰ ਬਦਲ ਦੇਤੇ ਵੀ ਮੰਨ ਲਓ ਤੁਸੀਂ ਜੀ ਆਰਾਮ ਨਾਲ ਤੁਸੀਂ ਤਾਂ ਬਹਿਣਾ, ਮੋਢੇ ਥੱਲੇ ਬਾਂਹ ਦੇਣੀ ਹੈ, ਸਰਾਣੇ ਥੱਲੇ, ਤੁਸੀਂ ਚੁੱਪ ਕਰਕੇ ਅਸੀਂ ਸਾਰਾ ਤੁਹਾਡਾ ਕੰਮ ਕਰਾਂਗੇ, ਜ਼ਮੀਨਾਂ ਪੈਸੇ ਵੱਧ ਦਾ ਲਾਲਚ ਦੇ ਕੇ ਖਰੀਦ ਲੀਆਂ। ਹੋਇਆ ਕੀ, ਉਹੀ ਚਾਹ ਜਿਹੜੀ ਅਸੀਂ ਅਸਾਮ ਤੋਂ ਪੀਂਦੇ ਸੀ ਉਹ ਸਾਰੀ ਕੈਮੀਕਲ ਵਾਲੀ ਚਾਹ ਆਉਣ ਲੱਗ ਗਈ ਬਾਈ। ਅੱਜ ਜੇ ਮੈਂ ਵੀ ਅਸਲੀ ਚਾਹ ਪੀਵਾਂ ਨਾ ਤਾਂ ਬਕ-ਬਕ ਹੀ ਲੱਗਣੀ ਆ ਯਾਰ, ਉਹ ਕਹਿਣਾ ਕੋਈ ਟੇਸਟ ਕਿਉਂ, ਕਿਉਂਕਿ ਅਸੀਂ ਕੈਮੀਕਲ ਵਾਲੀ ਚਾਹ ਤੇ ਲੱਗ ਗਏ ਆ। ਇਸ ਲਈ ਜਿਵੇਂ ਅਸਾਮ ਦੇ ਵਿੱਚ ਕਿਸਾਨ ਦਾ ਲੱਕ ਟੁੱਟਿਆ, ਉਹੀ ਹਾਲਾਤ ਪੰਜਾਬ ਦੇ ਵਿੱਚ ਹੋਣੀ ਆ। ਅੱਜ ਚਾਹ ਪੱਤੀ ਦੀ ਖੇਤੀ ਉੱਥੇ ਸਾਰੀ ਕਾਰਪੋਰੇਟ ਕਾਬਜ਼ ਆ, ਠੀਕ ਆ, ਤੇ ਅਸਲੀ ਚਾਹ ਜਿਹੜੀ ਨਾ ਉੱਥੇ ਘੱਟੋ ਘੱਟ ਬਾਈ ਜੀ 2000 ਰੁਪਏ ਦੇ ਕਿਲੋ ਹੋਊ, ਜੇ ਆਈਡੀਆ ਹੋਊਗਾ 2000 ਰੁਪਏ ਕਿਲੋ। ਤੇ ਅਸੀਂ ਜੇ 2000 ਕਿਲੋ ਵਾਲੀ ਚਾਹ ਲੈ ਕੇ ਅਸੀਂ ਕਿੱਥੋਂ ਪੰਜਾਬੀ ਪੀ ਲਾਂਗੇ, ਜੇ ਅਸੀਂ ਪੀ ਲਾਂਗੇ ਸਾਨੂੰ ਸਵਾਦ ਨਹੀਂ ਲੱਗਣੀ। ਉਹੀ ਹਾਲਾਤ ਬਿਲਕੁਲ ਸੇਮ ਟੂ ਸੇਮ ਐਗਜ਼ਾਮਪਲ ਆ ਪੰਜਾਬ ਦੇ ਵਿੱਚ ਹੋਣ ਦੀ ਤਿਆਰੀ ਕਰੀ ਬੈਠੇ ਆ, ਜੇ ਅਸੀਂ ਹੁਣ ਵੀ ਨਾ ਉੱਠੇ। ਜੀ ਬਗੇਲ ਭਾਈ। ਹਾਂਜੀ ਸੁਖ ਭਾਈ, ਇੱਕ ਗੱਲ ਹੋਰ ਵਾ, ਜਿਹੜਾ ਛੋਟਾ ਆੜਤੀ ਆ ਕੀ ਇਹ ਮਤਲਬ ਵੀ ਜਿੱਦਾਂ ਹੁਣ ਮੰਡੀਕਰਨ ਖਤਮ ਕਰਨ ਦੇ ਨਾਲ ਛੋਟਾ ਆੜਤੀਆ ਖਤਮ ਹੋ ਜਾਊਗਾ, ਜਾਂ ਮਤਲਬ ਕਿ ਇੱਕ ਪ੍ਰੋਪੋਗੰਡੇ ਦੇ ਤਹਿਤ, ਇੱਕ ਸਕੀਮ ਦੇ ਤਹਿਤ ਵੱਡੇ ਵਪਾਰੀ ਜਿਹੜੇ ਬਹੁਤ ਵੱਡੇ ਵਪਾਰੀ ਸਾਹਮਣੇ ਲਿਆਣ ਕੇ ਤੇ ਉਹ ਪਹਿਲਾਂ ਥੋੜਾ ਜਿਹਾ, ਕਿਉਂਕਿ ਜਦੋਂ ਇਹਨਾਂ ਨੇ ਸ਼ੁਰੂਆਤ ਕਰਨੀ ਆ ਉਦੋਂ ਤੱਕ ਤੇ ਇਹਨਾਂ ਨੇ ਥੋੜਾ ਜਿਹਾ ਫਸਲਾਂ ਦੇ ਰੇਟ ਸਾਨੂੰ ਵੱਧ ਦੇਣੇ ਆ, ਬਟ ਜਦੋਂ ਸਾਰਾ ਕੁਝ ਛੋਟੀ ਆੜਤਾਂ ਖਤਮ ਕਰਕੇ ਜੋ ਵੱਡੇ ਵਪਾਰੀਆਂ ਤੱਕ, ਵੱਡੇ ਮਗਰਮੱਛਾਂ ਤੱਕ ਕੰਮ ਪਹੁੰਚ ਜਾਊਗਾ, ਫਿਰ ਮਤਲਬ ਵੀ ਉਤੋਂ ਸਾਡੀ ਫਸਲ ਦਾ ਰੇਟ ਉਹਨਾਂ ਦੇ ਮੁਤਾਬਕ ਤੈਅ ਹੋਊਗਾ, ਜਾਂ ਮਤਲਬ ਵੀ ਜਿਹੜਾ ਵਾ ਕੋਈ ਸਾਡੇ ਹੱਕ ਦੇ ਕੋਈ ਹੋਣਗੇ ਸਾਡੇ ਪੱਖ ਦੀਆਂ ਗੱਲਾਂ ਵੀ ਜਿਹੜੀਆਂ ਅਸੀਂ ਆਪਣੀ ਫਸਲ ਦਾ ਰੇਟ ਦਾ ਜਿਹੜਾ ਵਾ ਸਹੀ ਦਾਮ ਲੈ ਸਕੀਏ, ਜਾਂ ਨਹੀਂ ਕੁਝ ਸਭ ਕੁਝ ਹੀ ਵਪਾਰੀਆਂ ਦੇ ਹੱਥ ਵਾਸੀ ਹੋ ਜਾਊਗਾ? ਬਾਈ ਮੈਨੂੰ ਲੱਗਦਾ ਵਪਾਰੀਆਂ ਦੇ ਹੱਥ ਵਾਸੀ ਹੋ ਜਾਊਗਾ। ਇੱਕ ਗੱਲ ਮੈਂ ਤੁਹਾਡੇ ਹੋਰ ਕਰ ਦਵਾਂ, ਜਿਵੇਂ ਤੁਸੀਂ ਕਿਹਾ ਇਕੱਲਾ ਕਿਸਾਨ ਨਹੀਂ ਮਰੂਗਾ ਇਹਦੇ ਨਾਲ ਆੜਤੀਆ, ਲੇਬਰ, ਮਜ਼ਦੂਰ, ਜਿਹੜੇ ਮੰਡੀਕਰਨ ਐਡਾ ਵੱਡਾ ਜਿਹੜਾ ਐਡਾ ਇੱਕ ਤਾਮਝਾਮ ਚੱਲਦਾ ਹੈ ਨਾ, ਸਾਰੇ ਆੜਤੀਏ ਨੂੰ ਵੀ ਬਹੁਤ ਦਿੱਕਤ ਆਉਣੀ, ਕਿਉਂਕਿ ਮੰਨ ਲਓ ਆੜਤੀਆ ਕਿੰਨਾ ਕੁ ਭੰਡਾਰ ਕਰ ਲੂਗਾ, ਕਿੰਨਾ ਕੁ ਸਟੋਰ ਕਰ ਲੂਗਾ। ਆਲੂ ਦੀ ਐਗਜ਼ਾਮਪਲ ਮੈਂ ਪਹਿਲਾਂ ਦਿੱਤੀ ਹੈ, ਕਿੰਨਾ ਕੁ ਸਟੋਰ ਕਰ ਲੈਂਦੇ ਅਸੀਂ, ਉਹ ਕਿਸੇ ਹੱਦ ਤੱਕ ਹੀ ਹੁੰਦਾ ਨਾ, ਹੱਦੋਂ ਵੱਧ ਕੋਈ ਵੀ ਚੀਜ਼ ਨਹੀਂ। ਹੁਣ ਸਾਡਾ ਤਾਂ ਅਖਬਾਰਾਂ 'ਚ ਨਿੱਤ ਅਸੀਂ ਖਬਰਾਂ ਪੜ੍ਹਦੇ ਹਾਂ, ਲਓ ਜੀ ਸਰਕਾਰ ਨੇ ਝੋਨਾ ਖਰੀਦ ਲਿਆ ਪਰ ਖਰਾਬ ਹੋ ਜਾਂਦਾ, ਸੜੀ ਜਾਂਦਾ, ਕਣਕ ਗਲ ਸੜ ਤਾਂ ਜਾਂਦੀ ਹੈ ਪਰ ਗਰੀਬਾਂ ਦੇ ਮੂੰਹ ਤੱਕ ਨਹੀਂ ਭੇਜੀ ਜਾਂਦੀ। ਕਿਉਂ ਲੈਣੀ ਪੈਂਦੀ ਹੈ? ਕਿਉਂਕਿ ਮੁੱਲ ਨਿਰਧਾਰਤ ਨੇ। ਜਦੋਂ ਮੁੱਲ ਹੀ ਨਿਰਧਾਰਤ ਨਾ ਹੋਏ ਤਾਂ ਲੈਣੀ ਕੀ ਨਾ, ਅਸੀਂ ਟਰਾਲੀ 'ਚ ਪਾ ਕੇ ਆਪਦੇ ਚੌਲ, ਆਪਦਾ ਝੋਨਾ ਅਸੀਂ ਸ਼ਹਿਰ ਹੋਕਾ ਦੇ ਫਿਰਿਆ ਕਰਾਂਗੇ, ਭਾਈ ਜੇ ਕਿਸੇ ਨੇ ਚੌਲ ਲੈਣੇ ਨੇ, ਆਉਣ ਵਾਲਾ ਸਮਾਂ ਇੰਨਾ ਭਿਆਨਕ ਹੋਣਾ ਹੈ। ਇੱਕ ਨਾ ਜਿਹੜਾ ਜਿਹੜੇ ਖੇਤੀ ਦੇ ਮੁੱਲ ਨਿਰਧਾਰਿਤ ਕਰਦੇ ਨੇ, ਜਿਹੜਾ ਕਮਿਸ਼ਨ ਹੈ ਖੇਤੀ, ਜਿਹੜੇ ਰੇਟ ਫਸਲਾਂ ਦੇ ਨਿਰਧਾਰਿਤ ਕਰਦਾ, ਉਹ 3 ਤਰੀਕੇ ਨਾਲ ਕੀਤੇ ਜਾਂਦੇ ਨੇ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਾਂ, ਇੱਕ A2 ਪਲੱਸ FL ਅਤੇ C2। A2 ਦੇ ਵਿੱਚ ਕੀ ਆ, ਨਗਦ ਖਰਚੇ ਕਿਵੇਂ ਜਾਂਦੇ ਆ, ਜਿਵੇਂ ਅਸੀਂ ਨਗਦ ਕੀ ਬੀਜ ਲਿਆਂਦਾ ਜਾਂ ਤੇਲ, ਹੈ ਨਾ, ਤੇ A2 FL ਦੇ ਵਿੱਚ ਨਗਦ ਖਰਚੇ ਦੇ ਨਾਲ ਨਾਲ ਫੈਮਿਲੀ ਲੇਬਰ ਵੀ ਗਿਣੀ ਜਾਂਦੀ ਆ, ਬਈ ਇਹਦੇ ਕਿੰਨੇ ਜਣੇ ਹਨਾ ਨਾਲ ਕੰਮ ਕੀਤਾ, ਕਿਸਾਨ ਦੀ ਕਿੰਨਾ ਲੱਗਿਆ। ਤੀਜਾ C2, ਉਹਦੇ 'ਚ ਵਿਆਜ ਵੀ ਗਿਣਿਆ ਜਾਂਦਾ ਤੇ ਜਿਹੜੀ ਜ਼ਮੀਨ ਠੇਕੇ ਤੇ ਲਈ, ਪਰ ਜੋ ਸਾਡੀ ਇਨਕਮ ਆ ਉਹ ਸਿਰਫ ਤੇ ਸਿਰਫ A2 ਦੇ ਨਾਲ ਹਿਸਾਬ ਨਾਲ ਦੇ ਰਹੇ ਆ। ਇਹ ਸਰਕਾਰਾਂ ਪਹਿਲਾਂ ਤੋਂ ਹੀ ਇਹ ਪਲਾਨ ਬਣਾ ਕੇ ਤੁਰੀਆਂ ਹੋਈਆਂ ਨੇ ਬਘੇਲ ਬਾਈ। ਇਸ ਲਈ ਮੈਂ ਬਾਰ-ਬਾਰ ਉਹੀ ਗੱਲ ਕਹਿੰਦਾ ਕਿ
ਕੱਲੇ ਨੇ ਤਬਾਹ ਨਹੀਂ ਹੋਣਾ ਕਿਸਾਨ ਨੇ। ਕਿਸਾਨ, ਮਜ਼ਦੂਰ, ਆੜਤੀਆ ਜਿਹੜੇ ਮੰਡੀ ਦੇ ਨਾਲ ਇੰਨਾ ਕੰਮ ਕਰ ਰਹੇ ਨੇ ਹਨਾ, ਉਹ ਸਾਰਾ ਚੀਜ਼ ਬਾਈ ਖਤਮ ਹੋਣੀ ਆ। ਇਸ ਲਈ ਜੇ ਅੱਜ ਵੀ ਨਾ ਜਾਗੇ ਤਾਂ ਕਾਰਪੋਰੇਟ ਘਰਾਣਿਆਂ ਨੇ ਹਾਥੀ ਜਿੱਡਾ ਪੈਰ ਲਿਆ ਕੇ ਸਾਡੇ ਸਿਰ ਤੇ ਰੱਖ ਦੇਣਾ ਤੇ ਫਿਰ ਅਸੀਂ ਸਿਰਫ ਇਹ ਕਹਿਣ ਤੋਂ, ਸਰਦਾਰ ਜੀ ਸਤਿ ਸ੍ਰੀ ਅਕਾਲ ਕਹਿਣ ਤੋਂ ਸਿਵਾਏ ਸਾਡੇ ਪੱਲੇ ਕੁਝ ਨਹੀਂ ਰਹਿਣਾ। ਇੱਕ ਗੀਤ ਦੀਆਂ ਸਤਰਾਂ ਨੇ ਕਹਿੰਦਾ, ਪੈਸੇ ਮੁੱਕ ਗਏ, ਯਾਰਾਨੇ ਟੁੱਟ ਗਏ, ਲੱਡੂ ਖਾ ਕੇ ਤੁਰਦੀ ਬਣੀ। ਉਹ ਕੰਮ ਹੋਣਾ ਹੈ। ਜਿੰਨਾ ਚਿਰ ਸਾਡੇ ਕੋਲ ਜ਼ਮੀਨ ਦੇ ਪੈਸੇ ਰਹਿਣੇ ਨੇ, ਅਸੀਂ ਬੜਕਾਂ ਮਾਰਨੀਆਂ ਨੇ, ਸਿਕਿਉਰਿਟੀ ਲੈ ਲੈਣੀ ਹੈ, ਗੂਗਲ ਦੀਆਂ ਐਨਕਾਂ ਲਾ ਲੈਣੀਆਂ ਹਨਾ, ਰੇਬਨ ਦੀਆਂ, ਤੇ ਗੇੜੇ ਕੱਢਣੇ। ਉਦੋਂ ਬਾਅਦ ਸਾਡੇ ਪੱਲੇ ਡਮਰੂ ਵਜਾਉਣ ਨੂੰ ਰਹਿ ਜਾਣਾ, ਡਮਰੂ ਬਾਈ। ਤੇ ਸੁਖਵੀਰੇ, ਜਿਹੜਾ ਆਪਣਾ ਕਿਸਾਨ ਅੰਦੋਲਨ ਆ, ਮੈਂ ਤੇ ਇੱਕ ਗੱਲ ਜਿੱਥੋਂ ਤੱਕ ਮੇਰੀ ਸੋਚ ਆ, ਮੈਂ ਤੇ ਇੰਨੀ ਗੱਲ ਕਹਿਣਾ ਵੀ ਕਿਸਾਨ ਅੰਦੋਲਨ ਉਹਨਾਂ ਚਿਰ ਤੱਕ ਮਤਲਬ ਵੀ ਸਾਨੂੰ ਸਫਲ ਹੋਣ ਦੇ ਅਸਾਰ ਨਜ਼ਰ ਆਉਂਦੇ ਜਿੰਨਾ ਚਿਰ ਤੱਕ ਉੱਥੇ ਕੋਈ ਸਿਆਸੀ ਜਾਂ ਧਾਰਮਿਕ ਲੀਡਰ ਸ਼ਿਕਰਤ ਨਹੀਂ ਕਰਦਾ। ਜਿੱਦਣ ਉੱਥੇ ਕਿਸੇ ਧਾਰਮਿਕ ਜਾਂ ਸਿਆਸੀ ਲੀਡਰ ਦੀ ਸ਼ਮੂਲੀਅਤ ਹੋ ਜਾਂਦੀ ਹੈ ਤੇ ਜਿੱਦਣ ਮਤਲਬ ਵੀ ਕੁਝ ਮੇਰੇ ਹਿਸਾਬ ਦੇ ਨਾਲ ਜਿੱਦਾਂ ਪਹਿਲਾਂ ਆਪਣੇ ਜਿਹੜੇ ਮੋਰਚੇ ਨੇ, ਆਪਣੇ ਅੰਦੋਲਨ ਜਿੱਦਾਂ ਫੇਲ ਹੁੰਦੇ ਰਹੇ ਆ ਕੁਝ ਅਖੌਤੀ ਆਗੂਆਂ ਦੇ ਮਤਲਬ ਵੀ ਆਉਣ ਦਾ ਕਰਕੇ, ਇਸ ਅੰਦੋਲਨ ਦੇ ਵਿੱਚ ਸੁਖੇ ਬਾਈ ਕਿੰਨੀ ਕੁ ਮਤਲਬ ਵੀ ਤੈਨੂੰ ਲੱਗਦੀ ਹੈ ਵੀ ਕਿੰਨੇ ਕੁ % ਆਪਾਂ ਜਿਹੜੇ ਕਾਮਯਾਬ ਹੋ ਸਕਦੇ ਆ ਕਿਸੇ ਹੱਦ ਤੱਕ ਕਿਸਾਨਾਂ ਦੇ ਪੱਖ ਲੈਣ ਲਈ? ਬਈ ਹੋ ਸਕਦੇ ਆ, ਮੈਨੂੰ ਜੋ ਲੱਗ ਰਿਹਾ, ਜੋ ਹਾਲਾਤ ਬਣ ਰਹੇ ਨੇ, ਕਾਮਯਾਬ ਹੋ ਸਕਦੇ ਆ। ਕਿਉਂਕਿ ਜਿਹੜੇ ਲੋਕ ਨੇ ਉਹਨਾਂ ਨੂੰ ਸਮਝ ਆਉਣ ਲੱਗੀ ਗੱਲ ਵੀ ਜੇ ਆਹ ਹੋ ਗਿਆ ਸਾਡੇ ਕੋਲੇ ਕੁਝ ਰਹਿਣਾ ਹੀ ਨਹੀਂ। ਹੁਣ ਲੋੜ ਕੀ ਹੈ? ਲੋੜ ਹੈ ਯੂਥ ਨੂੰ ਸਮਝਾਉਣ ਦੀ। ਹੁਣ ਜਿਹੜੇ ਕੱਲ ਮੇਰਾ ਇੱਕ ਮਿੱਤਰ ਹੈ, ਮੁੰਡਾ ਬਠਿੰਡੇ ਤੋਂ ਕਾਲ ਆਈ, ਸੁਖੇ ਬਾਈ ਤੇਰਾ ਮੇਰੇ ਹਿਸਾਬ ਨਾਲ ਕਾਲ ਆ ਗਈ ਤੈਨੂੰ ਜਾਂ ਕੀ ਹੋ ਗਿਆ? ਨਹੀਂ ਨਹੀਂ ਬਾਈ, ਬਿਲਕੁਲ ਨਹੀਂ। ਮੈਂ ਹਾਂਜੀ ਹਾਂਜੀ ਚੱਲ ਪਿਆ, ਹਾਂਜੀ ਚੱਲ ਪਿਆ। ਸਾਨੂੰ ਕੀ ਹੈ, ਸਾਨੂੰ ਯੂਥ ਨੂੰ ਦੱਸਣਾ ਪੈਣਾ ਯਾਰ ਵੀ ਆਹ ਚੀਜ਼ ਅਸੀਂ ਏਦਾਂ ਕਰਨੀ ਆ। ਦੂਜੀ ਗੱਲ, ਸਾਨੂੰ ਏਕਾ ਲਿਆਉਣਾ ਪਊਗਾ। ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਇੱਕ ਮੰਚ ਤੇ ਇਕੱਠੇ ਆ ਜਾਣ, ਜਿਵੇਂ ਅਸੀਂ ਵੀ ਹੋਕਾ ਦਿੱਤਾ, ਆਉਣ ਵਾਲੇ 2-3 ਦਿਨਾਂ ਦੇ ਵਿੱਚ ਸਾਡਾ ਇੱਕ ਵੱਡਾ ਹਨਾ ਪ੍ਰੋਗਰਾਮ ਬਣਾ ਰਿਹਾ, ਜਿਹਦੇ ਵਿੱਚ ਸਾਰੇ ਸਮਾਜ ਸੇਵਕ, ਕੁਝ ਗਾਇਕ, ਵੱਡੇ ਨਾਮੀ ਗਾਇਕ, ਕੁਝ ਨਾਮੀ ਗਾਇਕ ਅਤੇ ਜਿਹੜੇ ਵਧੀਆ ਸੋਚ ਰੱਖਦੇ ਨੇ, ਉਹ ਵੀ ਇੱਕ ਥਾਂ ਤੇ ਇਕੱਠੇ ਹੋ ਕੇ ਸਰਕਾਰ ਦੇ ਵਿਰੁੱਧ ਹਨਾ ਜਾਮਬੰਦੀ ਕਰਨ ਦੀ ਤਿਆਰੀ 'ਚ ਆ। ਸੋ ਕਰਨਾ ਕੀ ਪੈਣਾ ਹੈ, ਇਹਨੂੰ ਇੱਕ ਪਲਾਨ ਦੇ ਤਹਿਤ ਲੈ ਕੇ ਜਾਣਾ ਪੈਣਾ ਹੈ। ਵਿੱਚ ਕੁਝ ਉਦਾਂ ਦੇ ਇਨਸਾਨ ਨਹੀਂ ਆਉਣ ਦੇਣੇ ਜਿਨ੍ਹਾਂ ਦੇ ਆਉਣ ਨਾਲ ਹਾਲਾਤ ਫਿਰ ਖਰਾਬ ਹੋਣ ਜਾਂ ਅੰਦੋਲਨ ਥੱਲੇ ਵੱਲ ਜਾਵੇ। ਇਸ ਲਈ ਕਰਨਾ ਕੀ ਪੈਣਾ, ਇਕਜੁੱਟ ਹੋਣਾ ਪੈਣਾ, ਮੁੱਠੀ ਇੱਕ ਕਰਨੀ ਪੈਣੀ ਹੈ। 5 ਉਂਗਲਾਂ ਸਿਆਣਿਆਂ ਨੇ ਕਿਹਾ, ਕਹਿੰਦਾ ਵੀ ਇੱਕ ਕਹਾਣੀ ਤੁਸੀਂ ਵੀ ਪੜ੍ਹੀ ਹੋ, ਮੈਂ ਵੀ ਪੜ੍ਹੀ, ਵੀ ਆਹ ਲੈ ਫੜ ਇੱਕ ਕਸੋਟੀ, ਤਾਂ ਉਹਦੇ ਮੁੰਡੇ ਤੋੜ ਦਿੰਦੇ ਨੇ, ਉਹ ਕਹਿੰਦਾ ਲੈ 2, ਫਿਰ ਤੋੜ ਦਿੰਦੇ ਨੇ, ਫਿਰ ਉਹ ਬੰਡਲ ਦਿੰਦਾ, ਉਹ ਕਿਸੇ ਤੋਂ ਨਹੀਂ ਟੁੱਟਦਾ। ਜਿੰਨਾ ਚਿਰ ਅਸੀਂ ਏਕਾ ਨਹੀਂ ਕਰਦੇ, ਯੂਨੀਅਨ ਇਜ਼ ਸਟਰੈਂਥ, ਇਕੱਠੇ ਨਹੀਂ ਹੁੰਦੇ, ਏਕਾ ਨਹੀਂ ਕਰਦੇ, ਉਹਨਾਂ ਚਿਰ ਹਾਲਾਤ ਇਹੀ ਰਹਿਣਗੇ। ਸੋ ਬਗੇਲ ਬਾਈ, ਸਮਾਂ ਆਪਾਂ ਵੀ ਬਹੁਤ ਲੈ ਲਿਆ। ਮੈਂ ਅੱਜ ਪੜ੍ਹ ਰਿਹਾ ਸੀ, ਮੈਂ ਤੁਹਾਡੇ ਨਾਲ ਉਹ ਜ਼ਰੂਰ ਸਾਂਝੀ ਕਰਨੀ ਹੈ। ਉਹਦੇ ਵਿੱਚ ਨਾ ਦਵਿੰਦਰ ਸ਼ਰਮਾ ਜੀ ਨੇ, ਜੋ ਖੇਤੀਬਾੜੀ ਦੇ ਐਕਸਪਰਟ ਨੇ, ਗੱਲ ਸੁਣਨ ਵਾਲੀ ਹੈ, ਧਿਆਨ ਨਾਲ ਸੁਣਿਓ ਜ਼ਰਾ। ਹਾਂਜੀ, ਉਹ ਸਿੱਟਾ ਕੀ ਕੱਢਦੇ ਨੇ, ਰਿਜ਼ਲਟ ਕੀ ਕੱਢਦੇ ਨੇ। 1970 ਦੇ ਵਿੱਚ ਨਾ ਕਣਕ 76 ਰੁਪਏ ਪ੍ਰਤੀ ਕੁਆਂਟਲ ਵਿਕੀ ਸੀ, 76 ਰੁਪਏ। ਹਾਂਜੀ, 2015 ਦੇ ਵਿੱਚ ਉਹੀ ਕਣਕ 1450 ਰੁਪਏ ਪ੍ਰਤੀ ਕੁਆਂਟਲ ਵਿਕੀ। ਹਾਂਜੀ, ਜਾਨੀ ਕਿ ਰੇਟ ਕਿੰਨਾ ਵਧਿਆ? 19% ਵਧਿਆ ਰੇਟ। ਹਾਂਜੀ, ਹਨਾ। ਤੇ ਉਸ ਤੋਂ ਬਾਅਦ ਜਿਹੜੇ ਸਰਕਾਰੀ ਕਰਮਚਾਰੀ ਆ, ਉਹਨਾਂ ਦਾ ਡੀਏ 120% ਵਧਿਆ। ਜਿਹੜੇ ਪ੍ਰੋਫੈਸਰ ਰੈਂਕ ਦੇ ਸੀ, ਉਹਨਾਂ ਦਾ ਡੀਏ 150 ਤੋਂ 170% ਵਧਿਆ। ਜਿਹੜਾ ਕਾਰਪੋਰੇਟ ਸੈਕਟਰ ਹੈ, ਇਹਦੇ ਵਿੱਚ ਵਾਧਾ ਕਿੰਨਾ ਹੁੰਦਾ, ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਸ਼ਾਇਦ ਤੁਹਾਨੂੰ ਐਂ ਲੱਗੇ ਯਾਰ ਵੀ ਆਹ ਕਿਹੜੀ ਦੁਨੀਆ ਦੀ ਗੱਲ ਕਰ ਰਿਹਾ। ਕਾਰਪੋਰੇਟ ਸੈਕਟਰ ਦੇ ਵਿੱਚ ਵਾਧਾ 300 ਗੁਣਾ ਤੋਂ ਲੈ ਕੇ 1000 ਗੁਣਾ ਤੱਕ ਹੋਇਆ। ਯਾਨੀ ਕਿ ਸਾਨੂੰ ਜਿਹੜਾ ਵਾ ਮਤਲਬ ਵੀ ਆਜ਼ਾਦੀ ਤੋਂ ਲੈ ਕੇ ਤੇ ਹੁਣ ਤੱਕ ਜਿਹੜਾ ਵਾ ਸਿਰਫ ਮਤਲਬ ਵੀ ਗੱਲਾਂ ਦਾ ਕੜਾਹ ਹੀ ਕੀਤਾ ਗਿਆ ਵਾ, ਤੇ ਜਿਹੜੇ ਕਾਰਪੋਰੇਟ ਵਾ ਜਾਂ ਜਿਹੜੀਆਂ ਮਤਲਬ ਵੀ ਹੋਰ ਜਿਹੜੀਆਂ ਕੰਪਨੀਆਂ ਲਾ ਲਓ, ਵੱਡੇ ਪਰਿਵਾਰ ਲਾ ਲਓ, ਉਹਨਾਂ ਨੂੰ 300 ਤੋਂ 1000%, ਤੇ ਸਾਨੂੰ ਕਿੰਨਾ ਦਿੱਤਾ ਗਿਆ? 19% ਵਧਿਆ ਸਾਡਾ 1970 ਤੋਂ ਲੈ ਕੇ 2015 ਤੱਕ। ਉਦੋਂ 76 ਰੁਪਏ ਪ੍ਰਤੀ ਕੁਆਂਟਲ ਸੀ, 2015 ਵਿੱਚ 1450 ਵਿਕੀ। ਇਹ ਦਵਿੰਦਰ ਸ਼ਰਮਾ ਜੀ ਕਹਿ ਰਹੇ ਨੇ, ਉਹਨਾਂ ਦੇ ਅੰਕੜੇ ਨੇ, ਜਿਹੜੇ ਖੇਤੀਬਾੜੀ ਐਕਸਪਰਟ ਨੇ। ਤੇ ਤੁਸੀਂ ਸੋਚ ਲਾ ਲਓ ਬਾਈ, ਅਸੀਂ ਚਿੱਟੇ ਕੁੜਤੇ ਪਜਾਮੇ ਪਾ ਕੇ, ਐਨਕਾਂ ਲਾ ਕੇ, ਸਕਾਰਪੀਓ ਦੀ ਗੱਡੀ ਦੇ ਵਿੱਚ ਮੂਹਰਲੀ ਸੀਟ ਤੇ ਬਹਿ ਕੇ ਅਸੀਂ ਰੈਲੀਆਂ ਤੇ ਜਾਣ ਜੋਗੇ ਰਹਿ ਗਏ ਬਾਈ, ਹੋਰ ਬੱਲੇ ਕੁਛ ਨਹੀਂ। ਹਾਂਜੀ, ਚਲੋ ਬਾਈ ਸੁਖਵੀਰ, ਬਾਕੀ ਆਪਾਂ ਗੱਲਾਂ ਇਸ ਬਾਰੇ ਥੋੜੇ ਚਿਰ ਤੱਕ ਬਾਅਦ ਹੋਰ ਕਰਾਂਗੇ। ਬਾਕੀ ਇੱਕ ਗੱਲ ਹੋਰ ਆਪਾਂ ਜਿਹੜੀ ਕਰਨੀ ਚਾਹੁੰਦਾ ਸੀ, ਮੈਂ ਕਰਨੀ ਚਾਹੁੰਦਾ ਸੀ, ਜਿਹੜਾ ਕੋਈ ਮਤਲਬ ਵੀ ਦਰਬਾਰ ਸਾਹਿਬ ਦੇ ਵਿੱਚ ਟਾਸਕ ਫੋਰਸ ਵਾਲਿਆਂ ਨੇ ਜਿਹੜੇ ਮਤਲਬ ਵੀ ਕੁਝ ਸਿੰਘ ਕੁੱਟੇ ਨੇ ਬਾਹਰ,
ਜਿਹਦੇ ਵਿੱਚ ਮੈਂ ਇੰਨੀ ਕੁ ਗੱਲ ਪੁੱਛਣੀ ਚਾਹੁੰਦਾ ਤੁਹਾਨੂੰ ਵੀ ਕੀ ਟਾਸਕ ਫੋਰਸ ਦੀ ਲੋੜ ਹੈਗੀ ਆ ਇਸ ਵੇਲੇ ਸ਼੍ਰੋਮਣੀ ਕਮੇਟੀ ਨੂੰ? ਕਿਉਂਕਿ ਮੈਂ ਇੰਨੀ ਕੁ ਗੱਲ ਸਮਝਦਾ ਵੀ ਜੇ ਦੋ ਮਤਲਬ ਵੀ ਥੋੜੇ ਚਿਰ ਲਈ ਜੇ ਆਪਾਂ ਮਤਲਬ ਵੀ ਕਿਸੇ ਨੂੰ ਕੁੱਟਣਾ ਵਾ ਤੇ ਉਹ ਤੇ ਬੰਦੇ ਆਪਾਂ ਉਨੇ ਕੁ ਚਿਰ ਲਈ ਹਾਇਰ ਕਰ ਸਕਦੇ, ਜਿੱਦਾਂ 6 ਜੂਨ ਨੂੰ ਕੁੱਟਣੇ ਹੁੰਦੇ ਆ, ਮਤਲਬ 2 ਜੂਨ ਤੋਂ ਲੈ ਕੇ 6 ਜੂਨ ਤੱਕ ਕੁੱਟਣੇ ਹੁੰਦੇ ਆ ਇਹਨਾਂ ਨੇ ਬੰਦੇ ਤੇ। ਜਿੱਦਾਂ ਹੁਣ ਮਤਲਬ ਵੀ ਜੇ ਗੁਰੂ ਮਹਾਰਾਜ ਦੇ ਸਰੂਪ ਉੱਥੋਂ ਮਤਲਬ ਕਿ ਗਾਇਬ ਹੋਏ ਆ ਤਾਂ ਜੇ ਕੁਝ ਸਿੰਘ ਜਿਹੜੇ ਆ, ਚਲੋ ਮੰਨਦੇ ਵੀ ਕੁਝ ਉੱਥੇ ਜਿਹੜੇ ਮਤਲਬ ਵੀ ਮੌਕਾ ਪ੍ਰਸਤ ਲੋਕ ਪਹੁੰਚ ਚੁੱਕੇ ਆ, ਬਟ ਜਿਹੜੇ ਮਤਲਬ ਵੀ ਜੇ ਆਪਾਂ ਸਾਰੇ ਬੰਦਿਆਂ ਨੂੰ ਇੱਕੋ ਰੱਸੇ ਨਾਲ ਨਹੀਂ ਬੰਨਿਆ ਜਾ ਸਕਦਾ ਤੇ ਉੱਥੇ ਕੁੱਟਣ ਲਈ ਜਿਹੜੀ ਮਤਲਬ ਵੀ ਟਾਸਕ ਫੋਰਸ ਜਿਹੜੀ ਬਣਾਈ ਗਈ ਆ, ਜਿਹੜੇ ਸਾਰਾ ਸਾਲ ਜਿਹਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਸੰਗਤ ਦੇ ਪੈਸੇ ਨਾਲ, ਕੀ ਉਹ ਟਾਸਕ ਫੋਰਸ ਜਿਹੜੀ ਆ ਉਹ ਸੰਗਤ ਦੇ ਪੈਸੇ ਦੇ ਉੱਤੇ ਹੀ ਪਾਲ ਕੇ ਤੇ ਸੰਗਤ ਨੂੰ ਕਟਵਾਉਣ ਲਈ ਰੱਖੀ ਗਈ ਆ, ਜਾਂ ਉਹਦਾ ਕੋਈ ਹੋਰ ਵੀ ਜ਼ਿੰਮੇਵਾਰੀਆਂ ਹੈਗੀਆਂ ਜਿਹੜੀਆਂ? ਦੇਖੋ ਜੇ ਕਿਤੇ ਨਾ ਆਪਾਂ ਇਹਦੀ ਆਪਾਂ ਕਿਸੇ ਦਿਨ ਇਹਦਾ ਆਪਾਂ ਪੂਰੀ ਡਿਟੇਲ 'ਚ ਜਾਈਏ ਤਾਂ ਟਾਸਕ ਫੋਰਸ ਕਿਸ ਕੰਮ ਲਈ ਰੱਖੀ ਗਈ ਸੀ, ਹਨਾ। ਪਰ ਹੁਣ ਉਹੀ ਟਾਸਕ ਫੋਰਸ ਜਿਵੇਂ ਤੁਸੀਂ ਸਹੀ ਕਿਹਾ 6 ਜੂਨ ਤੋਂ 2 ਜੂਨ ਤੋਂ 6 ਜੂਨ ਤੱਕ ਕੰਮ ਕਰਦੀ ਹੈ। ਬਾਕੀ ਜਦੋਂ ਅਸੀਂ ਆਮ ਲੋਕ ਹਨਾ ਅਸੀਂ ਦਰਬਾਰ ਸਾਹਿਬ ਐਂਟਰ ਕਰਦੇ ਹਾਂ ਤਾਂ ਉਹਨਾਂ ਕੋਲ ਬਰਛੇ ਫੜੇ ਨੇ, ਤਾਂ ਉਹਨਾਂ ਦਾ ਸਟਾਈਲ ਬੋਲਣ ਦਾ ਹਨਾ ਮੈਂ ਬੜੀ ਵਾਰੀ, ਕਿਉਂਕਿ ਤੁਹਾਨੂੰ ਪਤਾ ਹੈ ਮੇਰੇ ਤੋਂ ਇਹ ਸਹਿ ਨਹੀਂ ਹੁੰਦਾ, ਮੈਂ ਹਰੇਕ ਨਾਲ ਉਹ ਅੱਗੋਂ ਕਹਿੰਦੇ ਯਾਰ ਤੁਸੀਂ ਤਾਂ ਕਹਿੰਦੇ ਮੋਨੇ ਘੁੰਨੇ, ਯਾਰ ਮੈਂ ਕਿਹਾ ਮੋਨੇ ਘੁੰਨੇ ਫਿਰ ਕੀ ਆ, ਅਸੀਂ ਅਸੂਲ ਤਾਂ ਕਰਦੇ ਹਾਂ। ਜਿਹੜੇ ਬਾਹਰੋਂ ਆਉਂਦੇ ਨਾ, ਹੋਏ ਸਿਰ ਢੱਕ, ਓਏ ਏਦਾਂ ਕਰ, ਇਸ ਤਰੀਕੇ ਨਾਲ ਉਹਨਾਂ ਦੀ ਬੋਲੀ ਇਸ ਤਰੀਕੇ ਨਾਲ ਕਈ ਵਾਰੀ ਹੁੰਦੀ ਹੈ। ਹਾਂਜੀ, ਵੇਖੋ ਪਤਾ ਗੱਲ ਕੀ ਹੈ, ਕਿਉਂਕਿ ਆਪਾਂ ਕਈ ਵਾਰੀ ਨਾ ਵੇਖੀਦਾ ਵਾ ਕਿ ਜਦੋਂ ਆਪਣੇ ਨਾਲ ਮਤਲਬ ਕਿ ਕੁਝ ਜਾਂਦੇ ਆ ਅਸੀਂ ਨਾ 2-3 ਵਾਰੀ ਜਿੱਦਾਂ ਦਰਬਾਰ ਸਾਹਿਬ ਗਏ ਆ, ਤੇ ਮੈਂ ਨਾ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵਾਂ ਕਿ ਜਿੱਦਾਂ ਹੁਣ ਉੱਥੇ ਜਿਹੜੇ ਕੰਮ ਰੋਕਣ ਵਾਲੇ ਸੀ ਕੁਝ, ਕਿਦਾਂ ਲੋਕ ਜਿੱਦਾਂ ਨੱਚਦੇ ਟੱਪਦੇ ਫਿਰਦੇ ਸੀ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ, ਕਈ ਕੁਝ ਉੱਥੇ ਸਹੀ ਸੀ ਉਹਨਾਂ ਦਾ ਕੰਮ, ਬਿਲਕੁਲ। ਹਾਂ ਨਹੀਂ ਉੱਥੇ ਬਾਬਾ ਜੀ ਇਹਨਾਂ ਨੇ ਇਹਨਾਂ ਟਾਸਕ ਫੋਰਸ ਵਾਲਿਆਂ ਨੇ ਤੇ ਕਿਸੇ ਨੂੰ ਸੁੱਖ ਬਾਈ ਰੋਕਿਆ ਹੀ ਨਹੀਂ ਉੱਥੇ। ਨਹੀਂ ਉਹੀ ਹੈ ਨਾ, ਇਹ ਰੋਕਿਆ ਨਹੀਂ, ਪਰ ਉੱਥੇ ਲੋੜ ਸੀ, ਉੱਥੇ ਉਹਨੇ ਕੁ ਬੰਦੇ ਦੀ ਲੋੜ ਸੀ ਬਈ ਤੁਸੀਂ ਇਹ ਗੁਰੂ ਦਾ ਘਰ ਆ, ਇੱਥੇ ਆ ਕੇ ਆ ਕੰਮ ਨਾ ਕਰੋ। ਪਰ ਇਹਨਾਂ ਦਾ ਇਹ ਕੰਮ ਨਹੀਂ ਨਾ ਵੀ ਜੇ ਇਹ ਕਿਹਦੇ ਲਈ ਕਰ ਰਹੇ ਆ, ਇਹ ਗੁਰੂ ਰਾਮਦਾਸ ਪਾਤਸ਼ਾਹ ਨਾਲ ਧੋਖਾ ਕਰ ਰਿਹਾ ਯਾਰ, ਉਹਦੀ ਜਗ੍ਹਾ ਤੇ ਤੁਸੀਂ ਰਹਿ ਕੇ ਹਨਾ ਜਿਹੜੀ ਸਿੱਖ ਕੌਮ ਦੇ ਜਿਹੜੇ ਜਾਂਦੇ ਨੇ ਹਿਸਾਬ ਮੰਗਣ, ਤੁਸੀਂ ਉਹਨਾਂ ਨੂੰ ਕੁੱਟਦੇ ਹੋ ਯਾਰ। ਇਦੋਂ ਸ਼ਰਮਨਾਕ ਗੱਲ ਬਾਈ ਕੀ ਹੋਊਗੀ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ। ਹਾਂ ਵੇਖੋ ਹੁਣ ਜਿੱਦਾਂ ਇਹਨਾਂ ਨੇ ਮਾਰਕੁੱਟ ਕੀਤੀ ਆ ਤੇ ਉੱਥੇ ਜਿਹੜੇ ਮਤਲਬ ਵੀ ਉੱਥੇ ਇੱਕ ਜਿਹੜਾ ਮੁੱਦਾ ਲੈ ਕੇ ਸਿੱਖ ਆਪਣੇ ਗਏ ਸੀ, ਤੇ ਉੱਥੇ ਮੁੱਦਾ ਤੇ ਉਹ ਲੈ ਕੇ ਗਏ ਸੀ ਆਪਣੇ ਸਿੱਖ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾ ਉਹਨਾਂ ਦੀ ਮਤਲਬ ਵੀ ਜਿਹੜੀ ਗਾਇਬ ਹੋਣ ਦੇ ਬਾਰੇ ਜਿਹੜੀ ਪੂਰੀ ਡਿਟੇਲ ਆ ਉਹ ਸ਼੍ਰੋਮਣੀ ਕਮੇਟੀ ਨੂੰ ਦੇਣੀ ਚਾਹੀਦੀ ਆ। ਪਰ ਕੀ ਤੁਹਾਡਾ ਕੀ ਮਤਲਬ ਵੀ ਤੁਸੀਂ ਕੀ ਸੋਚਦੇ ਹੋ ਵੀ ਇਹ ਟਾਸਕ ਫੋਰਸ ਦੇ ਉੱਤੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਜਥੇਬੰਦੀਆਂ ਨੂੰ ਗੱਲਬਾਤ ਕਰਨੀ ਚਾਹੀਦੀ ਆ ਵੀ ਇਹਨਾਂ ਦਾ ਕਿੱਥੇ ਇਹਨਾਂ ਨੇ ਕੰਮ ਕਰਨਾ ਵਾ, ਜਾਂ ਕਿੱਥੇ ਇਹਨਾਂ ਨੂੰ ਮਤਲਬ ਵੀ ਮੇਰੇ ਹਿਸਾਬ ਦੇ ਨਾਲ ਤੇ ਜਿਹੜੀ ਗੱਲਬਾਤ ਆ ਨਾ, ਮੇਰੇ ਹਿਸਾਬ ਦੇ ਨਾਲ ਟਾਸਕ ਫੋਰਸ ਜਿਹੜੀ ਆ ਇੱਕ ਕੌਮ ਦੇ ਸਿਰ ਦੇ ਉੱਤੇ ਇੱਕ ਮਤਲਬ ਵੀ ਬੇਵਜ੍ਹਾ ਪਾਇਆ ਗਿਆ ਬੋਝ ਆ, ਜਿਨ੍ਹਾਂ ਨੂੰ ਅਸੀਂ ਸਾਰਾ ਸਾਲ ਪਾਲਦੇ ਆ, ਬਟ ਉਹਦਾ ਫਾਇਦਾ ਸਾਨੂੰ ਕੋਈ ਵੀ ਨਹੀਂ ਹੈਗਾ। ਉਹ ਸਿਰਫ ਇੱਕ ਗੁੰਡਾਗਰਦੀ ਵਾਸਤੇ, ਜਿਹੜੇ ਕੋਈ ਆਪਣਾ ਮਤਲਬ ਵੀ ਵਿਰੋਧੀ ਆਉਂਦਾ ਉਹਨਾਂ ਨੂੰ ਕੁੱਟਣ ਵਾਸਤੇ ਜਾਂ ਮਾਰਨ ਵਾਸਤੇ ਜਿਹੜੀ ਮਤਲਬ ਵੀ ਬਣਾਈ ਗਈ ਆ। ਮੈਨੂੰ ਤੇ ਹੋਰ ਉਹਦਾ ਬਾਕੀ ਸਾਲ ਦੇ ਵਿੱਚ ਤੇ ਮੈਨੂੰ ਕੋਈ ਉਹਦਾ ਜਿਹੜਾ ਵਾ ਕੋਈ ਵੀ ਬੈਨੀਫਿਟ ਨਜ਼ਰ ਨਹੀਂ ਆਉਂਦਾ। ਸਹਿਮਤ ਹਾਂ, ਪਰ ਬਾਈ ਇਹ ਮੁੱਦਾ ਚੱਕੂ ਕੌਣ? SGPC ਨੇ ਰੱਖੇ ਹੋਏ ਨੇ, SGPC ਤਨਖਾਹਾਂ ਦਿੰਦੀ ਹੈ, ਸਰਕਾਰਾਂ ਗੁਲਾਮ ਬਣੀਆਂ ਨੇ, SGPC ਦਾ ਬਜਟ ਪੰਜਾਬ ਸਰਕਾਰ ਨਾਲੋਂ ਜ਼ਿਆਦਾ ਹੈ ਨਾ। ਤਾਂ ਪਿਛਲੀ ਜਿਹੜੀ ਸਰਕਾਰ ਸੀ ਅਕਾਲੀ ਦਲ, ਉਹਦੀ ਤੁਹਾਨੂੰ ਪਤਾ ਹੀ ਹੈ, ਸਾਰੇ ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਕਹਿੰਦੀ ਹੈ ਕਿਸ ਤਰੀਕੇ ਨਾਲ SGPC ਨਾਲ ਗੱਠਜੋੜ ਹੈ। ਸੋ ਉਹਨਾਂ ਦੇ ਸਿਰੋਂ ਤਾਂ ਇਹਨਾਂ ਦੇ ਖਰਚੇ ਚੱਲਦੇ ਨੇ ਲੀਡਰਸ ਦੇ। ਹੁਣ ਜਦੋਂ ਜੇ ਦੂਸਰੀ ਕੋਈ ਪਾਰਟੀ ਇਹਦੇ ਵਿੱਚ ਕੁਛ ਨੂੰ ਪੈਂਦੀ ਹੈ ਤਾਂ ਇਹ ਕਹਿ ਦਿੰਦੇ ਨੇ, ਕਿਹਾ ਜਾਂਦਾ ਯਾਰ ਵੀ ਇਹ ਸਿੱਖੀ ਤੇ ਅਟੈਕ ਕਰਦੇ ਨੇ, ਸਿੱਖੀ ਤੇ ਹਮਲੇ ਕਰਦੇ ਨੇ। ਸੋ ਇਹ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ, ਆਪਣੇ ਕੱਦਾਂ ਨਾਲੋਂ ਵੱਡੀਆਂ ਗੱਲਾਂ ਨੇ ਇਹ। ਸੋ ਇਹਦਾ ਕਿੱਦਾਂ ਨਿਪਟਾਰਾ ਹੋਊ ਜਾਂ ਕਿੱਦਾਂ ਰੋਕ ਸਕਦੇ ਆ, ਇਹਦੇ ਬਾਰੇ ਨਹੀਂ ਸਮਝ ਆ ਰਿਹਾ ਬਾਈ ਕੋਈ। ਹਾਂਜੀ ਸੁਖਵੀਰ, ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹੁੰਦਾ ਵਾ ਕਿ ਜਿੱਦਾਂ ਆਪਣੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਨ੍ਹਾਂ ਕੋਲੋਂ ਮਤਲਬ ਕਿ ਆਪਣੇ ਗਨਮੈਨ ਹੁੰਦੇ ਆ, ਜਾਂ ਮਤਲਬ ਕੋਈ ਵੀ ਜਥੇਦਾਰ ਵੀ ਆ ਜਾਂ ਪ੍ਰਧਾਨ ਵੀ ਆ, ਜਿਨ੍ਹਾਂ ਕੋਲ ਇੰਨੇ ਗਨਮੈਨ, ਕੋਈ 10-10 12-12 ਬੰਦੇ ਆ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਕੋਲੋਂ, 5-5 7-7 ਮਤਲਬ ਗਨਮੈਨ। ਤੇ ਹੁਣ ਮੈਂ ਬਾਬਾ ਜੀ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵਾਂ ਕਿ ਕੀ ਜਿਹੜੇ ਸਾਡੇ ਸਿੱਖ ਨੁਮਾਇੰਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਵੀ ਚੁਣੇ ਗਏ ਆ, ਉਹਨਾਂ ਨੂੰ ਮਤਲਬ ਕਿ ਹਥਿਆਰਾਂ ਦੀ ਜਾਂ ਮਤਲਬ ਕਿ ਗਨਮੈਨਾਂ ਦੀ ਲੋੜ ਖਤਰਾ ਕੀ ਹੈ ਜਦੋਂ ਲੋਕਾਂ ਨੇ ਮਤਲਬ ਕਿ ਇੱਕ ਧਾਰਮਿਕ ਸੰਸਥਾ ਲਈ ਤੁਹਾਨੂੰ ਸੇਵਾ ਕਰਨ ਲਈ ਚੁਣਿਆ ਗਿਆ ਵਾ, ਤੇ ਉਹ ਜਿਹੜੇ ਖਰਚੇ ਆ ਉਹ ਆਪਾਂ ਮਤਲਬ ਕਿ ਸਿੱਖਾਂ ਦੀ ਭਲਾਈ ਵਾਸਤੇ
ਕਿ ਉਹ ਨਹੀਂ ਲਾ ਸਕਦੇ। ਕਿਉਂਕਿ ਮੈਂ ਇੱਕ ਹੋਰ ਲਾਈਵ ਦੇ ਵਿੱਚ ਆਪਾਂ ਕੋਈ ਗੱਲਬਾਤ ਕਰਾਂਗੇ, ਪਹਿਲਾਂ ਮੈਂ ਤੁਹਾਨੂੰ ਦੱਸੂਗਾ ਕਿਸ ਵਿਸ਼ੇ ਤੇ ਕਰਨੀ ਚਾਹੁੰਦੇ ਆ ਆਪਾਂ। ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਜ਼ਰੂਰ ਉਸ ਵਿਸ਼ੇ ਤੇ ਗੱਲ ਕਰਨੀ ਆ। ਬਟ ਤੁਸੀਂ ਮਤਲਬ ਵੀ ਇਸ ਬਾਰੇ ਕੀ ਸੋਚਦੇ ਵੀ ਜਿਹੜਾ ਨਜਾਇਜ਼ ਖਰਚਾ ਵਾ ਇਹ ਸਿੱਖਾਂ ਦੇ ਸਿਰ ਦੇ ਉੱਤੇ ਨਜਾਇਜ਼ ਨਹੀਂ ਹੈਗਾ ਵੀ ਜਿਹੜਾ ਮਤਲਬ ਬਿਨਾਂ ਵਾਜੂ ਨਾ ਚਾਹੁੰਦਿਆਂ ਹੋਇਆਂ ਵੀ ਬਿਨਾਂ ਲੋੜ ਤੋਂ ਜਿਹੜਾ ਇਹ ਮਤਲਬ ਵੀ ਭਾਰ ਵਾ ਸਿੱਖ ਕੌਮ ਦੇ ਉੱਤੇ ਪਾਇਆ ਜਾ ਰਿਹਾ? ਬਿਲਕੁਲ ਤੁਸੀਂ ਸਹੀ ਗੱਲ ਕਹੀ ਬਾਈ, ਇਕੱਲੇ ਸਿੱਖ ਲੀਡਰ ਨਹੀਂ ਹਨਾ, ਬਾਬੇ ਤੁਸੀਂ ਦੇਖਣ ਵਾਲਾ ਉਹਦਾ ਧਾਰਮਿਕ ਪ੍ਰਚਾਰ ਕਰਦੇ ਨੇ ਹਨਾ। ਬਾਬਿਆਂ ਕੋਲੇ 5-5 ਗਨਮੈਨ ਹੈ, AK-47 ਫੜੀਆਂ, ਕਿਸੇ ਕੋਲ ਸਾਲਟ ਹੈ ਹਨਾ ਬਾਬੇ। ਅੱਛਾ ਉਸ ਤੋਂ ਪਰਸਨਲ ਇੱਕ ਸਿੰਗਰਾਂ ਦਾ ਰਿਵਾਜ ਚੱਲ ਪਿਆ, ਜਿੱਦਾਂ ਸਿੰਗਰ ਬਾਉਂਸਰ ਲੈ ਕੇ ਜਾਂਦੇ ਨੇ ਐਕਟਰ, ਇਹ ਬਾਉਂਸਰ ਰੱਖਣ ਲੱਗ ਗਏ। ਯਾਰ ਇਹਨਾਂ ਨੂੰ ਕੀ ਲੋੜ ਆ? ਕੌਮ ਦਾ ਤੁਸੀਂ ਪ੍ਰਚਾਰ ਕਰਨਾ, ਸੱਚ ਹੱਕ ਦਾ ਹੋਕਾ ਦੇਣਾ, ਤੁਹਾਨੂੰ ਕੀ ਖਤਰਾ ਬਈ? ਇਸ ਲਈ ਇਹ ਗੱਲਾਂ ਤੁਹਾਡੀਆਂ ਸਹੀ ਨੇ, ਜੇ ਜੇਬ ਚੋਂ ਦੇਣੇ ਪੈਣ ਫੇਰ ਹੈ। ਉਹਦੇ ਅਸੀਂ ਇਹ ਗੁੰਡੇ ਪਾਲ ਰੱਖੇ ਨੇ, ਉਹਨਾਂ ਨੂੰ ਦੇ ਰਹੇ ਹਾਂ, ਉਹਦੇ ਵਿੱਚੋਂ ਹੀ ਅਸੀਂ ਜਥੇਦਾਰਾਂ ਦੇ ਨਾਲ ਇਹ ਜਿਹੜੇ ਗਨਮੈਨ ਰੱਖੇ ਨੇ, ਸਰਕਾਰੀ ਤੰਤਰ ਗੱਡੀਆਂ 'ਚ ਪੈਟਰੋਲ ਡੀਜ਼ਲ ਸ਼ੂ ਕਰਦੇ ਉਧਰ ਨੂੰ ਜਾਂਦੇ ਨੇ। ਪਿਛਲੀ ਵਾਰ ਕਿੰਨਾ ਉਹ ਗੱਲ ਦਾ ਰੌਲਾ ਪਿਆ ਸੀ ਵੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਮੱਕੜ ਸਾਹਿਬ ਜਿਨ੍ਹਾਂ ਦੀ ਗੱਡੀ 1 ਕਰੋੜ ਤੋਂ ਵੱਧ ਦਾ ਪੈਟਰੋਲ ਡੀਜ਼ਲ ਪੀ ਗਈ ਸੀ। ਸੋ ਇਸ ਲਈ ਇਹ ਗੱਲਾਂ ਬੜੀਆਂ ਡੂੰਘੀਆਂ ਗੱਲਾਂ ਨੇ, ਆਪਣੇ ਕੱਦ ਤੋਂ ਵੱਡੀਆਂ ਗੱਲਾਂ ਨੇ ਬਾਈ। ਤੋ ਇਹੀ ਬੇਨਤੀ ਹੈ, ਆਮ ਲੋਕਾਂ ਨੂੰ ਬੇਨਤੀ ਹੈ ਤੁਹਾਡੇ ਜ਼ਰੀਏ ਵੀ ਆਪ ਸੁਚੇਤ ਹੋ ਜਾਓ, ਸੁਧਰ ਜਾਓ। ਜੇ ਤੁਸੀਂ ਸਹੀ ਹੋ ਗਏ ਤਾਂ ਸ਼ਾਇਦ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਜਾਂਗੇ, ਕਿਉਂਕਿ ਇੱਕ ਬੋਰਡ ਦੇ ਜ਼ਰੀਏ ਅਸੀਂ ਇਹਨਾਂ ਨਾਲ ਮੁਕਾਬਲਾ ਕਰ ਸਕਦੇ ਹਾਂ, ਹੋਰ ਕਿਸੇ ਤਰੀਕੇ ਮੁਕਾਬਲਾ ਨਹੀਂ ਹੋਣਾ। ਬਘੇਲ ਬਾਈ। ਹਾਂਜੀ ਹਾਂ ਸੁਖ ਬਾਈ, ਮੈਂ ਬਸ ਇੰਨਾ ਕੁ ਤੁਹਾਡਾ ਟਾਈਮ ਲੈਣਾ ਸੀ, ਬਹੁਤ ਬਹੁਤ ਮਿਹਰਬਾਨੀ ਸਮਾਂ ਕੱਢਣ ਲਈ। ਬਾਕੀ ਕੁਝ ਗੱਲਾਂ 2-4 ਮਸਲਿਆਂ ਦੇ ਉੱਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਹਾਂ, ਕਿਉਂਕਿ ਲੋਕੀ ਚਾਹੁੰਦੇ ਆ ਵੀ ਕੋਈ ਨਾ ਕੋਈ ਗੱਲਬਾਤ ਤੇ ਸਾਹਮਣੇ ਜਿਹੜੀ ਆ ਮਤਲਬ ਵੀ ਰੱਖਣੀ ਚਾਹੀਦੀ ਆ। ਹੁਣ ਜਿਹੜੀਆਂ ਗੱਲਾਂ ਵਾ ਮਤਲਬ ਵੀ ਉਹ ਇੰਨੀਆਂ ਕੁ ਜ਼ਰੂਰ ਕਰਨੀਆਂ ਚਾਹੀਦੀਆਂ ਕਿ ਜਿਹੜਾ ਸਿੱਖਾਂ ਦਾ ਪੈਸਾ ਹੈ, ਜਿੱਦਾਂ ਸ਼੍ਰੋਮਣੀ ਕਮੇਟੀ ਆ, ਉਹਨੂੰ ਸਿੱਖਾਂ ਦੇ ਕੰਮਾਂ ਦੇ ਉੱਤੇ ਵਰਤਣ ਲਈ ਸਹੀ ਤਰੀਕੇ ਨਾਲ ਵਰਤਣ ਦਾ ਕਿੱਦਾਂ ਮਤਲਬ ਵੀ ਚਾਹੀਦਾ ਵਾ, ਉਹਦੇ ਬਾਰੇ ਆਪਾਂ ਗੱਲਬਾਤ ਅਗਲੇ ਜਿਹੜੀ ਆ ਜਾਣਕਾਰੀ ਥੋੜੀ ਬਹੁਤ ਇਕੱਠੀ ਕਰੋ ਤੁਸੀਂ ਵੀ, ਕੁਝ ਮੈਂ ਵੀ ਕਰਦਾ। ਮੈਂ ਤੁਹਾਨੂੰ ਫੋਨ ਦੇ ਉੱਤੇ ਦੱਸ ਦਾਂਗਾ ਵੀ ਕਿਸ ਵਿਸ਼ੇ ਦੇ ਉੱਤੇ ਗੱਲ ਕਰਨੀ ਆ, ਤਾਂ ਜ਼ਰੂਰ ਆਪਾਂ 2-4 ਦਿਨ ਦੇ ਵਿੱਚ ਫਿਰ ਲਾਈਵ ਹੁੰਨੇ ਆ ਤੁਹਾਡੀ ਸਲਾਹ ਨਾਲ। ਜੀ ਬਾਈ, ਬਾਕੀ ਬਹੁਤ ਬਹੁਤ ਧੰਨਵਾਦ ਵੀਰੇ। ਤੇ ਉਮੀਦ ਕਰਦੇ ਆ ਕਿ ਬਾਬੇ ਕਿਸਾਨ ਅੰਦੋਲਨ ਜਿਹੜਾ ਵਾ ਉਹ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਆਪਣੇ ਕਿਸਾਨਾਂ ਦੇ ਹੱਕ ਦੀ ਗੱਲ ਸਰਕਾਰ ਤੱਕ ਰੱਖ ਕੇ ਤੇ ਮਨਵਾ ਕੇ ਸੰਪੂਰਨ ਹੋਵੇ, ਇਹੀ ਦੁਆ ਵਾ ਪ੍ਰਮਾਤਮਾ ਅੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜਿੰਦਰ, ਹੁਣ ਇਹ ਪੰਜਾਬ ਦੀ ਆਵਾਮ ਨੇ, ਕਿਸਾਨੀ ਨੇ ਤੈਅ ਕਰਨਾ ਹੈ ਕਿ ਉਹਨਾਂ ਨੇ ਅਜਿਹੀਆਂ ਸਿਆਸੀ ਧਿਰਾਂ ਉੱਤੇ ਭਰੋਸਾ ਕਰਨਾ ਹੈ ਜਿਨ੍ਹਾਂ ਨੇ ਹੱਥ 'ਚ ਗੁਟਕਾ ਸਾਹਿਬ ਫੜ ਕੇ ਝੂਠੀਆਂ ਸਹੁੰ ਖਾਧੀਆਂ, ਜਾਂ ਅਜਿਹੇ ਸਿਆਸੀ ਲੀਡਰਾਂ ਉੱਤੇ ਭਰੋਸਾ ਕਰਨਾ ਹੈ ਜਿਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਬੇਅਦਬੀਆਂ ਕਰਵਾਈਆਂ, ਜਾਂ ਕਿਸੇ ਤੀਜੀ ਚੰਗੀ ਸਾਫ਼ ਸੁਥਰੀ ਧਿਰ ਨੂੰ 2022 ਦੀਆਂ ਚੋਣਾਂ ਵਿੱਚ ਬਹੁਮਤ ਦੇ ਨਾਲ ਜਿਤਾ ਕੇ ਪੰਜਾਬ ਦੀ ਸੱਤਾ ਤੇ ਕਾਬਜ਼ ਕਰਵਾਉਣਾ, ਤਾਂ ਜੋ ਅਜਿਹੇ ਆਰਡੀਨੈਂਸ ਸਾਡੇ ਤੇ ਨਾ ਥੋਪੇ ਜਾਣ ਅਤੇ ਨਾ ਘਟੀਆ ਸਿਆਸਤ ਹੋਵੇ, ਨਾ ਧਰਮਾਂ ਦੀ ਘਟੀਆ ਰਾਜਨੀਤੀ ਹੋਵੇ, ਤੇ ਨਾ ਕਿਸਾਨੀ ਦਾ ਗਲਾ ਘੋਟਿਆ ਜਾਵੇ, ਨਾ ਜਵਾਨੀ ਨਸ਼ੇ 'ਚ ਗਰਕ ਕੀਤੀ ਜਾਵੇ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।